ਭੈਣ ਜੀ ਹਿੰਦੂ ਪਰਿਵਾਰ ਤੋਂ ਨੇ, ਸ਼ਿਵਾਨੀ ਨਾਮ ਸੀਗਾ ਹਨਾ, ਫਿਰ ਕੌਰ ਲੱਗ ਜਾਂਦਾ, ਕਿਵੇਂ ਤੁਹਾਡਾ ਆਪਸ ਵਿੱਚ ਮੇਲ ਮਿਲਾਪ ਹੁੰਦਾ? ਅਸੀਂ ਤਾਂ ਜਾ ਰਹੇ ਸੀ ਬਚ ਕੇ ਜੀ ਫਿਰ ਇਹਨੇ ਆਖਿਆ ਨਹੀਂ ਬੋਲੇ ਕੱਲ ਨੂੰ ਬੋਲੇ ਮੰਮੀ ਡੈਡੀ ਦਾ ਸਾਥ ਚਾਹੀਦਾ ਬੋਲੇ ਮੈਂ ਉਹਨਾਂ ਨੂੰ ਮਨਾ ਲੈਣਾ ਬੋਲੇ ਜੀ। ਤੁਹਾਡੇ ਫਰੈਂਡ ਸਰਕਲ ਵਿੱਚ ਰਿਸ਼ਤੇਦਾਰੀ 'ਚ ਕਿਸੇ ਨੇ ਇਹ ਕਿਹਾ ਵੀ ਤੂੰ ਕਿਹੜੇ ਰਸਤੇ ਪੈ ਗਈ, ਗਲਤ ਕਰ ਲਿਆ, ਕਿਉਂ ਧਰਮ ਛੱਡਿਆ ਜਾਂ ਕਿਉਂ ਇਹਨਾਂ ਨੂੰ ਚੁਣਿਆ? फिर दूजे दिन आए कॉलेज से मैं आख्या किदा लग गया बहुत वधिया लग गया बोले अच्छा फिर मैं क्या तुसी होना तुहानू डर लग गया डर नहीं लग गया बोले बहुत वधिया है बोले प्रसाद देंदे सारा रेंदे बोले उथे मैं क्या फिर तुसी इदा क्यों बोलदे सी बोले साडे डर सीगा हना इना दे सिखां लई डर सी हां सिक्का लई डर सी इना दे मना दे अंदर ठीक है ਫਿਰ ਮੈਂ ਇਹਦਾ ਗੱਲ ਕੋਈ ਉਦੋਂ ਕੋਈ ਇਦਾਂ ਦਾ ਇਸ਼ੂ ਨਹੀਂ ਆਇਆ ਹੈਗਾ ਵੀ ਇਹ ਹਿੰਦੂ ਪਰਿਵਾਰ ਚੋਂ ਨੇ, ਜਿਵੇਂ ਆਪ ਸਾਡੇ ਤੇ ਇੱਥੇ ਹੁੰਦਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ, ਉੱਥੇ ਕੁਝ ਇਦਾਂ ਦਾ ਇਸ਼ੂ ਨਹੀਂ ਆ ਵੀ ਹਿੰਦੂ ਪਰਿਵਾਰ ਇੱਕ ਸਿੱਖ ਪਰਿਵਾਰ ਆ? ਸਿੰਘ ਸੱਜ ਗਏ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਮਰਿਆਦਾ ਬਹੁਤ ਹੁੰਦੀ ਆ ਹਨਾ, ਜਦੋਂ ਸਿੰਘ ਸੱਜ ਜਾਂਦਾ ਕੋਈ ਔਖਾ ਤਾਂ ਨਹੀਂ ਲੱਗਿਆ, ਦਿੱਕਤ ਤਾਂ ਨਹੀਂ ਆਈ ਕੋਈ? ਇਹ ਜੋ ਸਿੱਖ ਪਰਿਵਾਰ ਤੇ ਜੋ ਮੇਰਾ ਵਿਆਹ ਹੋਇਆ ਨਾ ਮੈਨੂੰ ਇੰਨਾ ਗਰਵ ਲੱਗਦਾ ਬੋਲੇ ਜੀ, ਮੈਨੂੰ ਇੰਨਾ ਆਨੰਦ ਆਉਂਦਾ ਬੋਲੇ, ਮੈਨੂੰ ਇੰਨੀ ਇੱਜ਼ਤ ਮਿਲਦੀ ਬੋਲੇ। अभी वैसे ना साढ़े पीछे कोई भी नहीं सी जी दवाखाने से ऐसी बड़ा दुख काटिया जी ऐसी कल्ले ही पे ऐसी होती समाज सी तो लंगिया माँ प्यो भी मेरे मतलब इन्ना चर नहीं रहना चाहिए था ना माँ प्यो में जी बिल्कुल 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 ते मैनू इन्नी तकलीफ होंदी सी तो आके हौसले देंदे सी कोई नहीं हो जाना आज ना कल साडी तो माता तू ही आ ते तू ही बच्चे नू सामू मैं तो नहीं मेरे तो नहीं होंदा वा तू ही तुसी तां सामू तो आज भी माता जी नु सामती आ माता ही ते कोला हाजुर सिंह होया सी जी जदों साडे कोल खाली 50 रुपए सी सिर्फ सिर्फ 50 रुपए सी तेल भी नहीं सी ना तो गड्डी ते तेल सी मैनू एंबुलेंस से लेके जा रहे सी जी ते मतलब इन्हां दी गड्डी ते पेट्रोल रहिंदा ओ भी मुक गया सी आ सवेरे 6:40 ਨੂੰ ਹੋਇਆ तो जिस तरह दा 50 रुपए तो फिर इन्हां दे कोल 50,000 रुपए आ गए ये होया जदों ते नर्स ने आख्या सी ते वो दूध बच्चे ਨੂੰ ਪਿਲਾਉਂਦੇ ਨਾ ਹਾਂਜੀ ਤੇ ਇਹਨੂੰ ਉਹ ਮਾਰਦੇ ਬੱਚੇ ਨੂੰ, ਇਹਨੂੰ ਕੋਈ ਮਾਰਿਆ ਨਹੀਂ ਤੇ ਆਪੇ ਹੀ ਇਹਨੇ दूध ਫੜ ਲਿਆ ਮੂੰਹ ਤੇ। ਅੱਛਾ ਜੀ। ਤੇ ਨਰਸ ਡਾਕਟਰ ਆਖਣ ਲੱਗੇ ਕਿ ਬੱਚਾ ਇੰਨਾ ਤੇਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਤੁਸੀਂ ਦੇਖ ਰਹੇ ਹੋ ਸ਼ਬਦ ਚੈਨਲ। ਸੰਗਤ ਜੀ ਅੱਜ ਤੁਹਾਡੇ ਨਾਲ ਇੱਕ ਸਟੋਰੀ ਸਾਂਝੀ ਕਰਨੀ ਹੈ ਜਿਹੜੀ ਪੰਜਾਬ ਤੋਂ ਲਗਭਗ 2000 ਕਿਲੋਮੀਟਰ ਦੂਰੀ ਤੇ ਬਹੁਤ ਸੋਹਣਾ ਇੱਕ ਸੁਨੇਹਾ, ਇੱਕ ਮੈਸੇਜ ਮੇਰੇ ਨਾਲ ਇੱਕ ਤੁਸੀਂ ਪਰਿਵਾਰ ਬੈਠਾ ਦੇਖ ਰਹੇ ਹੋ, ਗੁਰਸਿੱਖ ਪਰਿਵਾਰ, ਇਹਨਾਂ ਦੀ ਬਹੁਤ ਸੋਹਣੀ ਸਟੋਰੀ ਹੈ। ਸਾਡੀ ਜਿਹੜੀ ਭੈਣ ਬੈਠੇ ਨੇ ਇਹ ਸ਼ਿਵਾਨੀ ਮਤਲਬ ਹਿੰਦੂ ਪਰਿਵਾਰ ਤੋਂ ਸੀਗੇ, ਕਿਵੇਂ ਸਿੱਖ ਪਰਿਵਾਰ ਦੇ ਵਿੱਚ ਵੀਰ ਜੀ ਉਹਨਾਂ ਨਾਲ ਇਹਨੇ ਵਿਆਹ ਤੇ ਬੰਧਨ 'ਚ ਬੰਨ੍ਹਦੇ ਆ ਹਨਾ। ਬਹੁਤ ਸੋਹਣੀ ਸਟੋਰੀ ਆ ਵੀਰ ਉਹਨਾਂ ਨੂੰ ਤੁਹਾਡੀ ਸਟੋਰੀ ਜਿਹੜੀ ਸਾਂਝੀ ਕਰਾਂਗੇ, ਸ਼ੇਅਰ ਜ਼ਰੂਰ ਕਰਿਓ, ਪੂਰੀ ਸਟੋਰੀ ਜ਼ਰੂਰ ਸੁਣਿਓ। ਬਾਬਾ ਜੀ ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕਿੱਥੋਂ ਪ੍ਰੋਪਰ ਪਲੇਸ ਬਾਬਾ ਜੀ ਤੁਸੀਂ? ਅਸੀਂ ਹਜੂਰ ਸਾਹਿਬ ਤੋਂ ਹੈ, ਨਾਲ ਹੀ ਬਸਮਤ ਕਰਕੇ ਪਿੰਡ ਹੈ, ਉੱਥੇ ਸਾਡਾ ਜਾਤੀ ਘਰ ਹੈ ਜੀ। ਔਰ ਅਸੀਂ ਹਜੂਰ ਸਾਹਿਬ ਤੇ ਰਹਿੰਦੇ ਕਿਰਾਏ ਨਾਲ। ਸਾਨੂੰ 3000 ਸਿੰਗਲ ਰੂਮ ਹੈ, 3000 ਕਿਰਾਇਆ ਲੱਗਦਾ ਸਾਨੂੰ ਜੀ। ਹਜੂਰ ਸਾਹਿਬ ਤੇ ਮੈਂ ਪਾਰਟੀ ਸਿੰਘ ਹੈ ਜੀ, ਗੱਡੀ ਵੀ ਚਲਾ ਲੈਂਦਾ ਜੀ। ਹਾਂ ਜੀ। ਭੈਣ ਜੀ ਹਿੰਦੂ ਪਰਿਵਾਰ ਤੋਂ ਨੇ, ਸ਼ਿਵਾਨੀ ਨਾਮ ਸੀਗਾ ਹਨਾ, ਫਿਰ ਕੌਰ ਲੱਗ ਜਾਂਦਾ, ਕਿਵੇਂ ਤੁਹਾਡਾ ਆਪਸ ਵਿੱਚ ਮੇਲ ਮਿਲਾਪ ਹੁੰਦਾ ਉਹ ਦੱਸਿਓ ਮਾੜਾ ਜਿਹਾ। ਅਜੀ ਜਦੋਂ ਮੈਂ ਨਾ ਉੱਥੇ ਕਾਲਜ ਪੜਨ ਜਾਂਦਾ ਸੀ ਹਜੂਰ ਸਾਹਿਬ ਤੋਂ 3 ਕਿਲੋਮੀਟਰ ਦੂਰ ਪੈਂਦਾ ਜੀ, ਪੀਪਲਸ ਕਾਲਜ ਕਰਕੇ ਜੀ। ਫਿਰ ਤਾਂ ਆਪਾਂ ਸਕੂਲ ਤੇ ਪਹਿਲਾਂ ਪੜਿਆ ਮੈਂ ਹਜੂਰ ਸਾਹਿਬ ਤੋਂ ਨਾਲ ਹੀ ਮਾਲਟੀਗੜ ਜ਼ਿਲ੍ਹਾ ਪਰਿਸ਼ਦ ਉੱਤੇ ਮਰਾਠੀ ਸਕੂਲ ਰਹਿੰਦੀ ਸੀ, ਉੱਥੇ ਪੜਿਆ। ਤੋਂ ਫਿਰ ਮੈਂ ਖਾਲਸਾ ਸਕੂਲ ਪੜਿਆ ਜੀ। ਖਾਲਸਾ ਸਕੂਲ ਹਿੰਦੀ ਮੀਡੀਅਮ ਸੀ, ਸੱਚਖੰਡ ਤੋਂ ਨਾਲ ਹੀ ਹੈ 1 ਕਿਲੋਮੀਟਰ ਤੇ ਬਾਫਨਾ ਟੀ ਪੁਆਇੰਟ ਆਖਦੇ। ਫਿਰ ਉਹਦੇ ਬਾਅਦ ਮੈਂ ਪੀਪਲਸ ਕਾਲਜ ਤੇ ਪੜਿਆ। ਫਿਰ ਪੀਪਲਸ ਕਾਲਜ ਤੇ ਇਹ ਵੀ ਪੜ੍ਹਦੀ ਸੀ ਉੱਥੇ। ਅੱਛਾ ਜੀ। ਫਿਰ ਉੱਥੇ ਪੜ੍ਹਦੇ ਤੇ ਕਈ ਵਾਰ ਇੱਦਾਂ ਵੇਖਿਆ ਮੈਂ ਇਹਨਾਂ ਦੇ ਪਰਿਵਾਰ ਪੜ੍ਹਾਈ ਵਾਸਤੇ ਆਉਂਦੇ ਸੀ, ਇਹ ਵੀ ਆਉਂਦੇ ਸੀ ਨਾਲ, ਇਹਨਾਂ ਦੇ ਨਾਲ ਕੋਈ ਸਹੇਲੀ ਵੀ ਰਹਿੰਦੀ ਸੀ। ਤਾਂ ਫਿਰ ਪੜ੍ਹਾਈ ਕਰਦੇ ਫਿਰ ਇਹਦਾ ਹੀ ਪੜ੍ਹਾਈ ਕਰਦੇ ਫਿਰ ਇਹਨਾਂ ਦੇ ਨਾਲ ਗੱਲ ਹੋਈ ਸਾਡੀ। ਅੱਛਾ ਜੀ। ਗੱਲ ਹੁੰਦੇ ਹੋਏ ਪਰਮਾਤਮਾ ਕਰਕੇ ਉਹਨਾਂ ਦੇ ਪੈਣਾ ਹੈਗੇ 3 ਪੈਣਾ ਹੈ, 1 ਭਰਾ ਹੈ ਜੀ। ਫਿਰ ਮੈਨੂੰ ਪੁੱਛਿਆ ਮੈਨੂੰ ਇੱਦਾਂ ਹੀ ਇੱਕ ਦਿਨ ਮੈਂ ਕਿਤਾਬ ਮੰਗੀ ਇਹਨਾਂ ਨੂੰ ਪੜ੍ਹਨ ਵਾਸਤੇ ਕਾਲਜ ਤੇ ਕਿਤਾਬ ਮੰਗੇ। ਫਿਰ ਕਿਤਾਬ ਦੇ ਉੱਤੇ ਪੜ੍ਹਿਆ, ਮੇਰੇ ਕੋਲ ਬੁੱਕ ਕੰਪਲੀਟ ਨਹੀਂ ਹੋਈ ਸੀ। ਫਿਰ ਇਹ ਵੀ ਨਵੇਂ ਆਏ ਸੀ 11:30 ਤੇ ਉੱਤੇ ਐਡਮਿਸ਼ਨ ਹੋਇਆ ਸੀ ਨਿਊ। ਫਿਰ 10-12 ਦਿਨਾਂ ਦੇ ਬਾਅਦ ਫਿਰ ਉੱਥੇ ਤੁਹਾਨੂੰ ਪਤਾ ਹੈ ਨਾ ਬੁੱਕ ਪੂਰੀ ਕੰਪਲੀਟ ਕਰਨਾ ਪੈਂਦੀ। ਫਿਰ ਮੇਰਾ ਉੱਥੇ ਇਹ ਸੀ ਆਪਣਾ ਕ੍ਰੌਪ ਸਾਇੰਸ ਤੇ ਫਿਰ ਮੈਂ ਇੱਕ ਦਿਨ ਇਹਨਾਂ ਨੂੰ ਫਿਰ ਮਰਾਠੀ ਦੀ ਬੁੱਕ ਮੰਗੀ ਜੀ।
ਫਿਰ ਉਹ ਇੱਕ ਦੂਜੇ ਨੂੰ ਮੰਗਦੇ ਸੀ ਨਾ, ਜੀ, ਜੀ। ਫਿਰ ਕੋ ਮੰਗੀ ਸੀ, ਫਿਰ ਇਹਨਾਂ ਨੇ ਬੁੱਕ ਕੰਪਲੀਟ ਕੀਤੀ ਸੀ, ਫਿਰ ਮੈਂ ਇਹਨਾਂ ਨਾਲ ਵੇਖ ਕੇ ਕੰਪਲੀਟ ਹੋ ਗਿਆ, ਫਿਰ ਦੂਜੇ ਆਵਾਜ਼ ਵੀ ਮੰਗੀ। ਠੀਕ ਹੈ ਜੀ। ਫਿਰ ਇਹਨਾਂ ਨੇ ਆਖਿਆ ਬੋਲੇ ਤੁਸੀਂ ਸਿੱਖ ਪਰਿਵਾਰ ਤੋਂ, ਮੈਂ ਕਿਹਾ ਤੁਸੀਂ ਬੜੇ ਉੱਥੇ ਬਹੁਤ ਡੇਂਜਰ ਰਹਿੰਦੇ, ਬਹੁਤ ਖਾੜਕੂ ਰਹਿੰਦੇ, ਬੋਲੇ ਸਾਨੂੰ ਡਰ ਲੱਗਦਾ। ਬੋਲਾ ਇਦਾਂ ਦੀ ਗੱਲ ਨਹੀਂ, ਬੋਲਾ ਤੁਹਾਨੂੰ ਇਦਾਂ ਦਾ ਵਹਿਮ ਹੈਗਾ ਨਾ, ਬੋਲਾ ਤੁਸੀਂ ਇੱਕ ਹਜੂਰ ਸਾਹਿਬ ਤੇ ਆਓ, ਬੋਲਾ ਗੁਰਦੁਆਰੇ ਤੇ ਤੁਹਾਨੂੰ ਦਰਸ਼ਨ ਕਰਾਣਾ। ਬੋਲੇ ਨਹੀਂ ਅਸੀਂ ਕਿੱਦਾਂ ਆਣਾ, ਬੋਲੇ ਮੈਂ ਸੁਣਿਆ ਬੋਲੇ ਉੱਥੇ ਜੋ ਆਉਂਦੇ ਲੇਡੀਜ਼ ਉਹਨੂੰ ਪਰੇਸ਼ਾਨ ਕਰਦੇ, ਬੋਲੇ ਮਗਰ ਲੱਗਦੇ। ਬੋਲਾ ਇਦਾਂ ਦੀ ਗੱਲ ਨਹੀਂ ਹੈਗੀ, ਬੋਲਾ ਤੁਸੀਂ ਅਗਰ ਹਜੂਰ ਦਰਬਾਰ ਸਾਹਿਬ ਤੇ ਤੱਕ ਸੱਚਖੰਡ ਸ੍ਰੀ ਨਾਲ ਹੀ ਰਹਿੰਦਾ ਨਾ 3 ਕਿਲੋਮੀਟਰ, ਉੱਥੇ ਕਈ ਕਾਲਜ ਦੇ ਆਉਂਦੇ। ਫਿਰ ਇਹਨਾਂ ਨੂੰ ਬੁਲਾਇਆ ਮੈਂ, ਉੱਥੇ ਫਿਰ ਸਹੇਲਿਆਂ ਨਾਲ ਆਇਆ। ਮੈਂ ਕਿਹਾ ਤੁਹਾਡੇ ਸਹੇਲਿਆਂ ਨਾਲ ਆ ਜਾਓ, ਹੈ ਨਾ, ਤੁਹਾਡੇ ਪੈਰੈਂਟਸ ਨਾਲ ਆਇਓ। ਫਿਰ ਇਹਨਾਂ ਦੇ ਨਾਲੇ ਉੱਥੇ ਇਹਨਾਂ ਦੀ ਜੋ ਬੜੀ ਮੰਮੀ ਰਹਿੰਦੀ ਸੀ, ਬੜੀ ਮੰਮੀ ਜੋ ਪਤਾ ਨਾ ਇਹਦਾ ਜੋ ਡੈਡੀ ਤੋਂ ਜੋ ਭਰਾ ਰਹਿੰਦਾ ਨਾ, ਡੈਡੀ ਦਾ ਭਰਾ ਦੀ ਘਰਵਾਲੀ ਇਹਨਾਂ ਦੇ ਉੱਥੇ ਰਹਿੰਦੇ ਸੀ। ਹਾਂ ਤਾਈ, ਉਹ ਤਾਈ ਦੇ ਨਾਲ ਫਿਰ ਇਹ ਆਈ ਇਦਾਂ ਹੀ। ਫਿਰ ਬੋਲੇ ਮੈਂ ਤਾਈ ਨਾਲ ਆ ਰਹੀ, ਬੋਲੇ ਤਾਈ ਨੂੰ ਬੋਲਿਆ ਨੇ ਨਾ, ਤਾਈ ਨੂੰ ਆਖਿਆ ਬੋਲੇ ਅਸੀਂ ਐਤਵਾਰ ਨੂੰ ਆ ਰਹੇ ਬੋਲੇ। तो ये ताई दे मोबाइल ते फोन लाया सी ने, मैं कहा इदा कोई नहीं, बोला तानू लग्या तो ताई दे फोन ते ला लो, बोला असी नहीं लाना। फिर ताई दे फोन ते ला रहे आ रहे, बोले असी वेखदे बोले उत्थे किद्दां दा माहौल है। ताई नाल आए गुरुद्वारे ते, फिर मैं दूर ही सी। फिर मैं आख्या इन्होंने आख्या मैं 6 बजे तक आ जाना 1 नंबर गेट तो ही। फिर ये क्या 2 नंबर गेट तो मैं तानू मैसेज कर देना बोले। फिर आ गए 1 नंबर गेट तो, फिर मैं उत्थे ही बैठा रहा, पानी दे शबल हैगा उत्थे, उत्थे उन्होंने दरबार साहब ते गया, मैं मगर ही सी इन्हां दे। फिर इन्होंने मत्था टेका, कड़ा प्रसाद दिया, फिर मैं भी ला के दिता इन्हां नूं। मैं क्या खुला प्रसाद बन रहे सी, इन्होंने बोला दरबार साहब से खुला प्रसाद बोला ले जाओ, बोला हुण कितना बच गया, बोला प्रसाद। एक उन्हां नूं मैं एक सैंपल किया ना इन्होंने कितना गल करने वास्ते, एक पहलू रखा सी। मैं क्या प्रसाद वादू है माता जी, बोला ले जाओ, बोला थोड़े करे। फिर उन्होंने की किया, फिर प्रसाद ले लिता प्यार नाल। फिर उन्होंने इनू पता सी ना, मैंने कॉलेज नाल इन्हें दस्या नहीं। फिर मैं प्रसाद दिता उन्होंने, प्रसाद दिता, फिर इन्हें लंगर से छकिया, खीर हो प्रसाद हो छके, फिर वो करे चल गए। फिर दूजे दिन मैंने कॉलेज से मिले, गल नहीं करते सी ना उन्होंने परिवार दे नाल, कल नूं इन्हां दे पढ़ाई ते जोर नहीं पैना। फिर करके मैं गल नहीं की, प्रसाद वो दे के चल गया। फिर दूजे दिन आए कॉलेज से, मैं आख्या किद्दां लग्या, बहुत वधिया लग्या बोले। फिर मैं क्या तुसी हुण तुहानूं डर लग्या, डर नहीं लग्या, बोले बहुत वधिया है, बोले प्रसाद देंदे सारा रहिंदे बोले उत्थे। मैं क्या फिर तुसी इदां क्यों बोलदे सी, बोले साडे डर सीगा है ना इन्हां दे सिੱਖਾਂ ਲਈ डर सी। हाँ सिੱਖਾਂ ਲਈ डर सी इन्हां दे मनां दे अंदर। ठीक है। फिर मैं क्या की होया, बोले साडे फ्रेंड हो इदां आखदे बोले करदे। बोला ये इदां दी चीज़ कदों होंदी जदों उन्हां ने सिर ते कपड़ा नहीं रखिया, उन्हां ने उत्ते गलत फोटो कड्डी बिना सिर ते कपड़ा रखे, फिर उन्हां नूं इदां गलत होंदा। बोला मैं तुसी वधिया रहो, गुरु घर ते सच के आओ, बैठो गुरबाणी पढ़ो, उत्ते घूमना टहलना। फिर उन्हां नूं डर लगदा, फिर कोई भी है ना उत्ते सिख परिवार दा जो सेवादार है, सिक्योरिटी गार्ड है, ड्यूटी दा मुलाजम है, फिर उन्हां ने तानू है ना पूछना, उन्हां नूं आखना भी कपड़ा रखो, तुसी इत्थे घूमण आए, तुसी गलत कर रहे सीधा चल जाओ, फोटो गलत नहीं करनी, सिर ते कपड़ा रख के करनी। फिर इहदे नाल गलत फहमी हो जाती। हाँ ये सही गल है, बोले अपना आपा स्त्री है, बंदे हैगे, अपना है ना अपने धर्म ते पक्का रहना, अपने सिर ते कपड़ा रहना, अपनी इज्जत ढक के रखना, ये गुरु घर दा बोला मर्यादा है। फिर इन्होंने वधिया मेरी गल लगी, बोला इदा दी गल नहीं, बोला तुसी इदा मर्यादा नाल रहे तो तुहानूं कोई रोकदा नहीं। बोला फिर उदों फिर इन्हां दे नाल गल हुई, फिर वो गुरुद्वारे आउंदे रहे। फिर मैं इन्हां नूं पुछया तुहाडे घरे किद्दां है, बोले मेरे घरे 2 भैणां हैगा, बोले मैं वड्डी हूँ, मेरे तो निक्का भरा हैगा। फिर मैं आख्या, फिर मैनू पूछया तुहाडे किन्ने, मैं आख्या मैनू 4 भैणां है, मैं कल्ला भरा हैगा। मेरा जो डैडी हैगा वो खेती वो करता सी, मगर दारू दूरू बड़ी पींदा सी। फिर असी फिर किराए नाल ही रहिंदे सी हजूर साहब ते। फिर वो साडे पिंड 40 किलोमीटर ना, खेती बाड़ी करना उत्थे असी खेती बाड़ी वो करना। फिर डैडी वो दारू पी लेंदे सी। फिर मैं निक्का करे सी ना, 10 साल दी उम्र सी मेरी, 7-8 साल दी। वो टाइम तो मैं ट्रक ते भी गया सी किन्नर ड्यूटी करने वास्ते। किन्नर ते हाँ 10 साल दी उम्र ते किन्नर ड्यूटी करना, होटलां ते काम करना, फिर मजदूरी भी करना, लेबरा दे नाल भी, मिस्त्री नाल भी, पढ़ाई भी करना। फिर इदां दे इन्हां नूं आख्या, इन्हां ने भी आख्या मेरे घरे बोले मेरे डैडी है, साडे कोल 4 किले जमीन है, डैडी 2 किले वेच दित्ती, 2 किले मम्मी कर दी, बोले 2 पैणा हैगा, बोले मम्मी भी मैनू बोले बड़ा कम लाउंदे, बोले बहुत ही करदे, बोले पढ़ाई होंदी नहीं। बोली मैं कहा टेंशन ना, बोला मेरा भी इदा सिस्टम, बोला डैडी दारू पींदा, बोला तुसी तानू इतराज नहीं तो वेखो, बोला आपा कर लेना,
ਠੀਕ ਹੈ ਅਸੀਂ ਤਾਂ ਜਾ ਰਹੇ ਸੀ ਬਚ ਕੇ ਜੀ ਫਿਰ ਇਹਨੇ ਆਖਿਆ ਨਹੀਂ ਬੋਲੇ ਕੱਲ ਨੂੰ ਬੋਲੇ ਮੰਮੀ ਡੈਡੀ ਦਾ ਸਾਥ ਚਾਹੀਦਾ ਬੋਲੇ ਮੈਂ ਉਹਨਾਂ ਨੂੰ ਮਨਾ ਲੈਣਾ ਬੋਲੇ ਜੀ ਫਿਰ ਮੈਂ ਆਖਿਆ ਕੋਈ ਗੱਲ ਨਹੀਂ ਬੋਲਾ ਫਿਰ ਇਹਦਾ ਲਵ ਮੈਰਿਜ ਹੋਈ ਫਿਰ ਮੈਂ ਇਹਦਾ ਗੱਲ ਵਿੱਚ ਕੋਈ ਉਦੋਂ ਕੋਈ ਇਦਾਂ ਦਾ ਇਸ਼ੂ ਨਹੀਂ ਆਇਆ ਹੈਗਾ ਵੀ ਇਹ ਹਿੰਦੂ ਪਰਿਵਾਰ ਚੋਂ ਨੇ ਜਿਵੇਂ ਆਪ ਸਾਡੇ ਤੇ ਇੱਥੇ ਹੁੰਦਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਉੱਥੇ ਕੁਝ ਇਦਾਂ ਦਾ ਇਸ਼ੂ ਨਹੀਂ ਆ ਵੀ ਹਿੰਦੂ ਪਰਿਵਾਰ ਇੱਕ ਸਿੱਖ ਪਰਿਵਾਰ ਆ ਸਾਡੇ ਇੱਥੇ ਕਿਸ ਤਰ੍ਹਾਂ ਮਹਾਰਾਜ ਨੇ ਜਾਤ ਪਾਤ ਰੱਖੀ ਨਹੀਂ ਠੀਕ ਹੈ ਜੀ ਸਭ ਤੋਂ ਪਹਿਲਾ ਗੱਲ ਹੈ ਠੀਕ ਹੈ ਜੀ ਤੇ ਜਦੋਂ ਮਹਾਰਾਜ ਅੰਮ੍ਰਿਤ ਛਕਾ ਹੁੰਦੇ ਨਾ ਜੀ ਕਈ ਇੱਥੇ ਵੀ ਵੇਖੋ ਅਸੀਂ ਸੁਣਿਆ ਵਿੱਕੀ ਥੋਮਸ ਇਹ ਹੁਣ ਸਰਦਾਰ ਬਣ ਗਏ ਇਹਨਾਂ ਨੂੰ ਹੁਣ ਕੋਈ ਗਲਤ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਸਵਾਲ ਤੂੰ ਸਰਦਾਰ ਕਿਉਂ ਬਣਿਆ ਕਿਉਂਕਿ ਕੇਸ ਤਾਰੀ ਹੈ ਨਾ ਜਦੋਂ ਅੰਮ੍ਰਿਤ ਛਕ ਜਾਂਦਾ ਨਾ ਉਹਦੀ ਜਾਤ ਬਦਲ ਜਾਂਦੀ ਜੀ ਕਈ ਸਾਡੇ ਇੱਥੇ ਵਣਜਾਰੇ ਸਿੱਖ ਹੈ ਸ਼ਿਕਲੀਗਰ ਸਿੱਖ ਹੈ ਮਰਾਠੇ ਹੈ ਹੁਣ ਕ੍ਰਿਸਚਨ ਤੇ ਵੀ ਸੀ ਨਾ ਵਿੱਕੀ ਥੋਮਸ ਹੁਣ ਸਰਦਾਰ ਬਣ ਗਿਆ ਕਿੰਨੀ ਤਗੜੀ ਪਦਵੀ ਮਿਲ ਗਈ ਕਿੰਨਾ ਮਾਣ ਸਨਮਾਨ ਮਿਲ ਗਿਆ क्योंकि ये खालसे पंथ जो पंज प्यारे सी वखरे वखरे बिरादत से वखरे वखरे बिरादत से फिर इधर करके है ना महाराज कृपा नाल उत्थे बड़ा सत्कार करते भगत नामदेव जी का मंदिर है उत्थे हिंगोली नरसिंह नामदेव आखदे हजूर साहब ते जिथे ना मंदिर घूमया सी फिर उत्थे उधर 200 किलोमीटर बिदर गुरुद्वारा है नाले लोकल गुरुद्वारा है फिर उन्होंने सारे इतिहास सुनाया फिर उत्थे साडे इत्थे ना किस तरह अमृत छकिया ना कई इदा दे परिवार है लोड़वंत जिस तरह पंजाब ते है ना जिस तरह जिदे कोल 50 किले जमीन है 20 किले जमीन है जो मुंडा वधिया तो विआह करांदे जिदे कोल किले ज़्यादा नशा करदा उन्होंने कुड़ी नहीं मिलती छत्ती साडे इत्थे खाली गुरसिख रहना और मर्यादा ते रहना कमा के खाना ਉਹਦਾ किराया दा ही करो मेरा खुद दा किराया दा कर मैं कमा के खांदा मैनू ਰਿਸ਼ਤਾ ਵਧੀਆ ਮਿਲ ਗਿਆ ਸਾਰਾ ਪਹਿਲੇ ਵੀ ਰਿਸ਼ਤੇ ਆਏ ਸੀ ਇਹਨਾਂ ਨੂੰ ਵੀ ਆਏ ਸੀ ਪਰ ਇਹਨਾਂ ਨੂੰ ਗੁਰੂ ਘਰ ਦੇ ਜੋ ਮੈਂ ਆਖਿਆ ਨਾ ਮਿਲੇ ਸੀ ਅਸੀਂ ਉੱਥੇ ਇਹਨਾਂ ਨੂੰ ਮਰਿਆਦਾ ਦੇਖੀ ਸੀ ਕੜਾ ਪ੍ਰਸ਼ਾਦ ਦੱਸਿਆ ਇਹਨਾਂ ਨੂੰ ਬੋਲਿਆ ਇਹਨਾਂ ਨੂੰ ਵਧੀਆ ਲੱਗਿਆ ਬੋਲੇ ਫਿਰ ਦੂਜੀ ਗੱਲ ਹੈ ਇਹਨੇ ਆਖਿਆ ਬੋਲੇ ਸਾਡੇ ਮੰਮੀ ਡੈਡੀ ਬੋਲੇ ਵਿਆਹ ਨਹੀਂ ਕਰ ਸਕਦੇ ਡੈਡੀ ਬੜੀ ਦਾਰੂ ਪੀਂਦਾ ਮੰਮੀ ਬੋਲੇ ਸਾਨੂੰ ਵਧੀਆ ਦੇਖਦੀ ਨਹੀਂ ਬੋਲੇ ਮੰਮੀ ਦੇਖਦੀ ਨਹੀਂ ਬੋਲੇ ਕੱਲ ਨੂੰ ਬੋਲੇ ਸਾਡਾ ਬੁਰਾ ਹੋ ਜਾਣਾ ਬੋਲੇ बोले फिर विआह नहीं विआह तो कर देना माया बड़ी लगती बोले फिर मम्मी ने सानू ताना मारना बोले फिर बोले मैं तो ताने नाल तैयार हूँ बोले फिर मम्मी डैडी बोला कोई नहीं उन्होंने राजी फिर उन्होंने की किया फिर गुरु घर ते लावा लेते सी अच्छा जी फिर उन्होंने राजी होए फिर असी कोर्ट मैरिज भी कराया साडा क्योंकि असी हां इन्हें अमर जेड़ा छक्या अमर संचार कीता ਉਹ ਫਿਰ ਵਿਆਹ ਤੋਂ ਪਹਿਲਾਂ ਜਾਂ ਬਾਅਦ ਚੋਂ ਕੀਤਾ नहीं विआह तो पहले जमदा ना अच्छा असी उत्थे गुरु घर ते सचखंड ते अमृत कर दे फिर असी ना थोड़ा जा पहले ही साडा परमात्मा करके है ना संजोग हो गण वाला सी इन्हू पहले अमृत छका दिता सी मैं उत्थे ना महाराज जो अपना औरंगाबाद गुरुद्वारा है उत्थे अमृत छकाया सी मैं गुरुद्वारे ते फिर महाराज कृपा ने आख्या मैनू अमृत छक लेना बोले फिर आतरा असी 10-12 दिन पहले अमृत छकिया फिर अमृत छके फिर इन्हें बाणी सीखण लगी पढ़न लगी वाहिगुरु बोलन लगी मूल मंत्र जाप करन लगी बोले महाराज ने बड़ी कृपा बोले मैं केड़े धर्म ते सी मम्मी डैडी दा बड़ा परेशान होना सी बोले और दूजे कास्ट ते मैनू माया भी लगनी सी 2-4 लाख 5 लाख बोले आप जी दे धर्म ते बहुत वधिया है बोले का माया भी नहीं लगती बोले गुरु घर ते 2-3 हज़ार ते विआह हो जाता सारे गुरु घर का खर्चा लगता उत्थे उत्थे ना सारे महाराज कृपा नाल जात पात कोई मनते नहीं जो ही महाराज कृपा नाल खाली गुरु गोबिंद सिंह महाराज ने आख्या खाली मुसलमान दी कुड़ी नहीं करनी क्योंकि है ना मास खाउंदे ना इहदे करके वर्जन गुरु हरगोबिंद सिंह महाराज ने विआह किया मुमताज माता मुमताज नाल वो नहीं सी संबंध नहीं सी खाली उन्होंने रखा सी बाबा बुड्ढा जी दे मूँह ते जबन बच्चन निकलिया सी इहदे करके पालिया सी वो तो परमात्मा गुरु साहिबा दी तुसी वेखो पंज प्यारे भी है कई कास्ट दे जो अमृत छकिया सारे सिख परिवार ते हो गए 40 मुक्ते सी वो भी तुसी वेखो सारे वखरे वखरे पिंडा ते हर एक चीज़ है एक अपने जो धर्म ते है ना हुण हो गए संधू बिरादरी खैरा बिरादरी पन्नू बिरादरी है ना फिर वड्या रामगढ़िया बिरादरी इदा दे की सोचते फिर इदा दे आपां जात पात दे रहे तो बुढ़े हो जाते फिर छेती कुड़ी नहीं मिल जाती साडे इत्थे महाराष्ट्र ते इदा भी है जिस तरह कोई आ जाते कई परिवार विचरते रहते माया 1,50,60 हज़ार दे के विआह करा के ले जाते हर पासे दिल्ली इत्थे उत्थे कोई राजस्थान ते इत्थे महाराज कृपा नाल बहुत वधिया रखिया वो तो हिंदू परिवार ही गुरु सिख नाल जुड़िया वो तो बहुत आनंद रहंदे बोले साडे परिवार कुड़ी पर सिक्का दे परिवार ते गई था इत्थे तो बहुत वधिया सिस्टम अमृत छका के ना सारे उत्थे ना महाराज कृपा नाल सारे गुरु सिख परिवार ते हो जाते जी हाँ जी
ਜੀ ਬਿਲਕੁਲ ਭੈਣ ਜੀ ਨਾਲ ਵੀ ਗੱਲਬਾਤ ਕਰਦੇ ਆ। ਭੈਣ ਜੀ ਕਿਵੇਂ ਦਾ ਸੀਗਾ ਮਾਹੌਲ? ਤੁਸੀਂ ਮਤਲਬ ਪਹਿਲਾਂ ਡਰ ਲੱਗਦਾ ਸੀ ਸਿੱਖਾਂ ਤੋਂ? ਕੀ ਕਹਿੰਦੇ ਵੀਰ ਜੀ ਕਹਿੰਦੇ ਨੇ? हाँ जी वो ਉੱਥੇ ਨਾ ਸਾਡੇ ਮਤਲਬ ਮੈਂ ਕਦੋਂ ਗੁਰਦੁਆਰੇ ਨਹੀਂ ਗਿਆ ਸੀ। ਮੈਂ ਤਾਂ ਪਿੰਡ ਸੇ ਪਿੰਡ ਤੋਂ ਸੀ ਤੇ ਫਿਰ ਬਾਅਦ ਚ ਮੈਨੂੰ ਮਤਲਬ ਗੁਰਦੁਆਰਾ ਤੇ ਸਿੱਖਾਂ ਬਾਰੇ ਕਦੇ ਸਿੱਖ ਵੇਖਿਆ ਹੀ ਨਹੀਂ ਸੀ ਅਸੀਂ। ਅੱਛਾ ਜੀ। ਉੱਥੇ ਪਿੰਡ ਸੀ ਨਾ ਤੇ ਉੱਥੇ ਘਰ ਤੇ ਸਕੂਲ ਤੇ ਉਹ ਤੇ ਫਿਰ ਬਾਅਦ ਚ 10ਵੀਂ ਤੇ ਮਤਲਬ ਹਜ਼ੂਰ ਸਾਹਿਬ ਆਏ। ਅੱਛਾ ਜੀ। ਉੱਤੇ ਹਜ਼ੂਰ ਸਾਹਿਬ ਤੇ 40 ਮਤਲਬ ਉੱਧਰ ਤੋਂ 100 ਕਿਲੋਮੀਟਰ ਦੂਰ ਸੀ ਸਾਡਾ ਪਿੰਡ। 100 ਕਿਲੋਮੀਟਰ ਕਿਨਵਟ ਆਖਦੇ ਉੱਤੇ। ਤੇ ਉੱਤੇ ਮਤਲਬ ਪਤਾ ਹੀ ਨਹੀਂ ਸੀ ਕਿ ਸਰਦਾਰ ਕਿਵੇਂ ਹੁੰਦੇ, ਕਿਵੇਂ ਕਿਸ ਤਰ੍ਹਾਂ ਦੇ, ਮੈਨੂੰ ਕੁਝ ਵੀ ਨਹੀਂ ਪਤਾ ਸੀ। ਫਿਰ 10ਵੀਂ ਤੇ ਬਾਅਦ ਉਹ ਹਜ਼ੂਰ ਸਾਹਿਬ ਆਏ ਪੜ੍ਹਾਈ ਕਰਨ ਦੇ ਲਈ। ਮੈਂ ਬੜੀ ਮੰਮੀ ਦੇ ਕੋਲ, ਸਾਡੀ ਮੰਮੀ ਦੇ ਕੋਲ ਆਈ ਸੀ ਤੇ ਫਿਰ ਬਾਅਦ ਚ ਮਿਲੀਏ ਸੀ ਕਾਲਜ ਤੇ ਫਿਰ ਗੱਲਬਾਤ ਹੋਈ ਇੱਦਾਂ ਹੀ। ਉਹ ਆਖੇ ਸੀ ਨਾ ਉਹ ਦੱਸੇ ਸੀ। ਫਿਰ ਉਸ ਤਰ੍ਹਾਂ ਅਸੀਂ ਚੱਲੀ ਸੀ। ਫਿਰ ਬਾਅਦ ਚ ਵਿਆਹ ਤਾਂ ਫਿਰ ਮੰਮੀ ਪਾਪਾ ਨੇ ਤਾਂ ਮਨਾ ਕੀਤਾ ਸੀ ਪਹਿਲੇ। ਅੱਛਾ ਜੀ। ਪਹਿਲੇ ਮੰਮੀ ਪਾਪਾ ਨੇ ਮਨਾ ਕੀਤਾ ਸੀ। ਹਾਂ ਪਹਿਲੇ ਮਨਾ ਕੀਤਾ ਸੀ। ਜੀ 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 ਜੀ। ਤੇ ਫਿਰ ਮੈਂ ਫਿਰ ਦੱਸਿਆ ਸੀ ਮੈਂ ਕੁਝ ਵੀ ਬਹੁਤ ਚੰਗੇ ਆ ਨਾ, ਚੰਗੇ ਆ ਤੇ ਕੋਈ ਨਸ਼ਾ ਪੱਤਾ ਨਹੀਂ ਕਰਦੇ, ਕੁਝ ਨਹੀਂ। ਤੇ ਸਾਡੇ ਮਤਲਬ ਭਾਈ ਵੀ ਸੀ ਨਾ ਜੀ, ਇਹ ਵੀ ਉਹਨੂੰ ਪਹਿਲੇ ਜਾਣਦੇ ਸੀ। ਅੱਛਾ ਜੀ। ਜਾਣਦੇ ਪਹਿਚਾਣਦੇ ਸੀ। ਤੇ ਫਿਰ ਉਹ ਸਾਰੇ ਗੱਲਬਾਤ ਹੋਈ ਸੀ। ਫਿਰ ਆਖਿਆ ਸੀ ਕਿ ਕੋਈ ਨਸ਼ਾ ਪੱਤਾ ਵੀ ਨਹੀਂ ਕਰਦੇ। तो ਇੱਥੇ तो ਸਾਡੀ ਕਾਸਟ ਤੇ ਬੜਾ ਨਸ਼ਾ ਪੱਤਾ ਕਰਦੇ, तो ड्रिंक बड़ा कर दे। तो नशा पत्ता की देखना बोले, घर गुर तो चलता ही रहता बोले, आज ना कल हो ही जाना बोले, बंदा ही वधिया होना चाहिए। आखते फिर आ की लेके जाना, नाल दे कपड़े भी नहीं लेके जाते आप जो सचखंड जाते हैं। हाँ ते आ पैसा तो कित्थे लेके जाना, ते घर कित्थे लेके जाना, नहीं लेके जाते। ते फिर सारा कुछ इत्थे ही छड़ के जाना, ते फिर आज ना कल तो हो ही जाना सारा कुछ। ਇਹਦੇ ਨਾਲ ਫਿਰ ਮੰਮੀ ਪਾਪਾ ਨੇ ਵੀ ਕਰਾ ਕੇ ਦਿੱਤਾ। ਫਿਰ ਅੱਛਾ, ਇੱਕ ਗੱਲ ਹੈ, ਜੋ ਤੁਸੀਂ ਸਿੰਘ ਸੱਜ ਗਏ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਮਰਿਆਦਾ ਬਹੁਤ ਹੁੰਦੀ ਆ ਹਨਾ, ਜਦੋਂ ਸਿੰਘ ਸੱਜ ਜਾਂਦਾ ਕੋਈ ਔਖਾ ਤਾਂ ਨਹੀਂ ਲੱਗਿਆ, ਦਿੱਕਤ ਤਾਂ ਨਹੀਂ ਆਈ ਕੋਈ? ਨਾ ਬੱਚੇ ਨਹੀਂ ਲੱਗਿਆ, ਬੱਚੇ ਤਾਂ ਗਰਵ ਹੁੰਦਾ ਕਿ ਅਸੀਂ ਸਿੰਘ ਮਹਾਰਾਜ ਨੇ ਇੰਨੀ ਕੀ ਕਿਸਮਤ ਸਾਡੀ ਕੀ ਕਿਸਮਤ, ਪਿਛਲੇ ਕੋਈ ਪੁੰਨਿਆ ਜਾਂ ਕੋਈ ਕਰਮ ਕੀ ਪਤਾ ਨਹੀਂ। ਤੇ ਮਹਾਰਾਜ ਨੇ ਇੰਨੀ ਤਗੜੀ ਅੰਮ੍ਰਿਤ ਛਕਾ ਦਿੱਤਾ ਤੇ ਸਿੰਘਣੀ ਸਜਾਇਆ। ਅੱਛਾ ਜੀ। ਤੇ ਇੱਕ ਸਿੰਘਾਂ ਨਾਲ ਵਿਆਹ ਕੀਤਾ ਤੇ ਅਸੀਂ ਇੱਕ ਮਤਲਬ ਆਈ ਗੱਲ ਸਮਝ ਲਓ ਨਾ ਤੁਸੀਂ, ਆ ਚੀਜ਼ ਕੂੜੇ ਕਚਰੇ ਵਿੱਚ ਇੱਕ ਚੀਜ਼ ਪਈ ਹੋਈ ਸੀ। ਕੂੜੇ ਕਚਰੇ ਵਿੱਚ ਇੱਕ ਚੀਜ਼ ਪਈ ਹੋਈ ਸੀ, तो ਉਹ ਚੀਜ਼ ਤੇ ਫਿਰ ਚੰਗੀ ਚੀਜ਼ ਤੇ ਆ ਗਈ ਤਾਂ ਉਹ ਚੀਜ਼ ਨੂੰ ਕਿੰਨਾ ਚੰਗਾ ਲੱਗਦਾ, ਬੜਾ ਚੰਗਾ ਲੱਗਦਾ। ਉਹੀ ਸਾਡੀ ਗੱਲ ਆ, ਅਸੀਂ ਤਾਂ ਕਚਰੇ ਤੇ ਪਏ ਸੀ ਜੀ ਤੇ ਮਹਾਰਾਜ ਨੇ ਲਾ ਕੇ ਕਿੱਥੇ ਤਾਰਿਆ ਜੀ। ਵੀਰ ਜੀ ਤੁਸੀਂ ਨਾ ਇੱਕ ਮੈਂ ਸੁਣਿਆ ਸੀ ਗੱਲ ਬਹੁਤ ਸੋਹਣੀ ਕਹੀ ਸੀ ਵੀ ਉੱਥੇ ਦੇ ਲੋਕ ਨਾ ਮਾਣ ਮਹਿਸੂਸ ਕਰਦੇ ਜਦੋਂ ਕੋਈ ਸਿੱਖ ਦੇ ਨਾਲ ਵਿਆਹ ਹੁੰਦਾ, ਕਿਸੇ ਧਰਮ ਦੇ, ਕਿਸੇ ਦਾ ਵੀ ਮਤਲਬ ਕਿਸੇ ਵੀ ਆਪਾਂ ਕਹਿ ਸਕਦੇ ਧਰਮ ਦੇ ਵਿਅਕਤੀ ਦਾ ਜਾਂ ਹਨਾ ਕਿਸੇ ਨਾਲ ਹੁੰਦਾ। हाँ जी, उत्थे तो कितना महाराज कृपा नाल परमात्मा की देन बड़ी है। जिस तरह के कॉलेज से आते पढ़ाई करते और उन्होंने फकर रहिंदा। हुण कोई कुड़ी बाई चांस तो तुहानूं पता है हर पासे किंतु परंतु तो करते, ਜਦੋਂ ਸਿੱਖਾਂ ਦੇ ਪਰਿਵਾਰ ਨਾਲ ਆ ਜਾਂਦੀ ਵਿਚਰ ਜਾਂਦੀ ਨਾ, ਜਦੋਂ ਉਹਨੇ ਹੈ ਨਾ ਦੂਜਿਆਂ ਨੂੰ ਆਖਦੀ ਬੋਲੇ ਇਹ ਜੋ ਸਿੱਖ ਪਰਿਵਾਰ ਤੇ ਜੋ ਮੇਰਾ ਵਿਆਹ ਹੋਇਆ ਨਾ, ਮੈਨੂੰ ਇੰਨਾ ਗਰਵ ਲੱਗਦਾ ਬੋਲੇ, ਮੈਨੂੰ ਇੰਨਾ ਆਨੰਦ ਆਉਂਦਾ ਬੋਲੇ, ਮੈਨੂੰ ਇੰਨੀ ਇੱਜ਼ਤ ਮਿਲਦੀ ਬੋਲੇ, ਗੁਰੂ ਘਰ ਤੇ ਜੋੜ ਮਿਲੇ ਰਹਿੰਦੇ ਬੋਲੇ, ਉੱਥੇ ਮਰਿਆਦਾ ਚੱਲਦੀ ਬੋਲੇ, ਲੰਗਰ ਚੱਲਦਾ ਬੋਲੇ, ਕਦੀ ਲੋੜ ਪਈ ਜਾਈ ਬਾਈ ਚਾਂਸ ਵੀ ਕੁਝ ਬਿਮਾਰ ਪੈ ਗਿਆ, ਕੁਝ ਮਾਂ ਲੱਗਣ ਲੱਗੀ 1-2 ਲੱਖ, ਤਾਂ ਉੱਥੇ ਸਿੱਖ ਪਰਿਵਾਰ ਦੇ ਸੇਵਾ ਕਰ ਦਿੰਦੇ ਬੋਲੇ। ਸਾਡੇ ਇਹਦੇ ਤਾਂ ਕੋਈ ਪੂਰਾ ਵੀ ਹੋ ਰਿਹਾ, ਕੋਈ ਮਰ ਵੀ ਰਿਹਾ ਤਾਂ ਉਹਨੂੰ ਕੋਈ ਲੱਕੜ ਨਹੀਂ ਦਿੰਦੇ ਬੋਲੇ। ਫਿਰ ਉੱਤੋਂ ਤੋਂ ਪ੍ਰਚਾਰ ਹੁੰਦਾ ਆਗੇ ਪਿੰਡਾਂ ਤੇ। ਉਹਨੇ ਸਾਡੇ ਨਾਲ ਕਈ ਕਾਲਜ ਤੇ ਪੜ੍ਹਦੇ ਨਾ ਕੁੜੀਆਂ ਪੜ੍ਹਦੇ ਤੇ ਸਾਨੂੰ ਪੁੱਛਦੇ ਬੋਲੇ ਸਾਡੇ ਬੋਲੇ ਸਾਡੀ ਕਿਸਮਤ ਕਿੱਥੇ ਬੋਲੇ, ਅਸੀਂ ਸਰਦਾਰ ਨਾਲ ਵਿਆਹ ਕਰ ਲੈਣਾ ਬੋਲੇ, ਸਾਡੇ ਮਾਂ ਪਿਓ ਬੋਲੇ ਬਾਅਦ ਚ ਕੱਢ ਦਿੰਦੇ ਬੋਲੇ, ਜਾਂ ਸਾਡੇ ਕੁਛ ਨਾ ਕੁਛ ਤੁਸੀਂ ਇੱਥੇ ਉੱਥੇ ਮਿਲ ਗਏ ਪਿੰਡਾਂ ਤੇ ਦੂਜੀ ਵਾਰ ਆਏ ਤਾਂ ਸਾਨੂੰ ਬੋਲੇ ਖਤਮ ਕਰ ਦਿੰਦੇ ਬੋਲੇ। ਬਹੁਤ ਬੜੀ ਤੁਹਾਡੀ ਕਿਸਮਤ ਬੋਲੇ ਜੋ ਤੁਹਾਡੇ ਵਿਆਹ ਹੋ ਗਿਆ, ਤੁਹਾਡੇ ਖੁਸ਼ੀ ਹੋ ਗਈ। ਇਹਦਾ ਚਾਅ ਵੀ ਰਹਿੰਦਾ, ਕਈ ਜਣਾ ਕਠੋਰ ਵੀ ਰਹਿੰਦਾ ਨਾ, ਕਠੋਰ ਵੀ ਰਹਿੰਦੇ। ਕਈ ਆਪਾਂ ਪਿਕਚਰ ਵੀ ਵੇਖੇ ਤੁਸੀਂ ਹੁਣ ਸੁਣਾ ਕਰਜ਼ਾਰ, ਕੋਈ ਮਰਾਠੀ ਤੇ ਕੋਈ ਉਹਦੇ ਪੰਜਾਬ ਤੇ ਵੀ ਆਪ ਜੀ ਕਈ ਫਿਲਮਾਂ ਤੇ ਸਟੋਰੀ ਵਿਖਾਉਂਦੇ, ਹਕੀਕਤ ਹੀ ਮਰ ਇੱਦਾਂ ਦੀ ਚੀਜ਼ ਹੋ ਜਾਂਦੀ। ਮਰ ਜਿਹਦੇ ਕੋਲ ਪਰਿਵਾਰ ਵਧੀਆ ਹੋ ਗਿਆ, ਮਹਾਰਾਜ ਸੰਜੋਗ ਗਿਆ, ਗੁਰੂ ਘਰ ਨਾਲ ਉਹ ਬੰਦਾ ਪੱਕਾ ਹੋ ਗਿਆ, ਜਪਜੀ ਸਾਹਿਬ ਦੇ ਪਾਠ ਲੱਗੇ ਕਰਨ ਲੱਗਿਆ, ਨਿਤਨੇਮ ਕਰਨ ਲੱਗਿਆ ਸੁਖਮਨੀ ਸਾਹਿਬ ਦੇ, ਉਹਦੇ ਨਾਲ ਕੋਈ ਜਮਦੂਤ ਨਾ ਆਵੇ ਨੇਰੇ
नारायण मेरे जमदूत ना आवे निरागर उन्हें बाणी पढ़ी सेवा सिमरन करने लगे ना, जो मारन भी आने लगे परिवार के कठोर भी ना, वो भी उत्ते शांत बह जाते। बस खानी बाणी का प्रताप इन्ना रहिंदा, उत्ते बड़ी खुशी हो जाती। जिन्हें विआह कर लेता परिवार ते हो, मर कितना बाई चांस तुहानू पता है परिवार ते थोड़ा दिन तो गुस्सा तो रहिंदा। एक जिधर 5-10 साल के बाद कोड़ा मुंडा हो गया, अपने तरीके नाल मिले, गुरु घर ते मिले, कोई दूजे पासे उन्होंने करे ना जाओ, जिस तरह अपना संबंध बन गया गुरु घर ते मिला, कोई अपने रिश्तेदारे को उन्होंने कोई अपने रिश्तेदार अपना कोई थोड़े दिन भेद ना दो। बाजे तुहानू पता है परमात्मा करके अपनी वखरा वखरा ना हो जाता, जो अपने जो जिहदे नाल विआह होया वखरा ना वखरा मुंडा, सारी जात भी बदल जाती, फिर वो अपने सिख परिवार ते आ जाती। फिर थोड़े दिन किस तरह कई कुड़ियाँ हैगा, मैं ये भी संदेश देना चाहता, करता ले लेंदे, माँ प्यो दी भी ਇਹਦੇ ਅੰਦਰ ਸਿੱਖਿਆ ਜ਼ਰੂਰ ਚਾਹੀਦੀ, ਮਾਂ ਪਿਓ ਦੀ ਸਿੱਖਿਆ ਜ਼ਰੂਰ ਚਾਹੀਦੀ ਹੈ। क्योंकि कितना है माँ प्यो के खिलाफ गया तो बच्चे रो भी रहते, और माँ खिलाफ माँ प्यो की आज्ञा भी लेना जरूरी है। जिस तरह हाँ जी। और दूजी गल है अपने मर्जी नाल तो लव मैरिज कर लेंदे, अपनी मर्जी नाल विआह कर लेंदे, बच्चे है ना 2-3 महीने चल जाते ना, तो जो पिक्चरां ते स्टोरी बन जाती, इदा दी स्टोरी हो जाती। कुड़ी नूं या खत्म कर देंदे या मार देंदे, ये कर देंदे। जो विआह किया ना तो गुरु घर के सामने चल जाओ, जिस तरह पंज प्यारे को महापुरुष वड्डे है उन्होंने को संदेश ले लो, माँ भाई इदा दी गल है, आप जा साडे माँ प्यो ने समझाओ, इदा तो कल नूं साडा पाना नहीं होना, साडे विआह तो असीं कर लेना, कल नूं इहदे चीज़ होगी तो साडा घर बर्बाद हो जाना। इन्होंने चलो माँ बाप की तो खुशी तो रहिंदी, मगर जो तुहानू पता है ना तो गुरु घर ते चलो बाबे ने भी उन्होंने भी सेवा 40 दिन 1 महीने 2 महीने सेवा लिखा लेना, बाबे इन्हें भी सेवा सिमरन करना, उत्थे जाके है ना सब्जी दी सेवा कर लेना, दाल बरताना, प्रसादे बरताना, कोई नंगर साहब थे, कोई बड़े गुरुद्वारे हैं। नहीं तो हमारा ही कृपा ना अपने दूर चल गए शहर, तो उत्ते जाके अपने किरत कमाई करो, गुरुद्वारे से सेवा करो, सारी चढ़दी कला हो जाती। फिर इदा दा करके विआह करके तो 2 महीने बाद चल गए ना, इदा तो पता है तगड़ा हरनाकश भी गुस्से नूं साम नहीं सकिया, तो अपने वर्गे तो लोगों ने कितने सामना, अपने इनका प्रताप नहीं है, इन्नी बाणी नहीं है जो आप साम सकीए। जिन्हें ही विआह करना ना पहले माँ बाप से सिला लो, नहीं तो महापुरुषा दी लो, फिर उन्होंने आप फड़ सकते, नहीं तो इदा तो चीज़ हो गई तो बंदा जिंदगी और पछता दिंदा जी। हाँ जी। ਜਾਂਦੇ ਜਾਂਦੇ ਭੈਣ ਜੀ ਮੈਂ ਤੁਹਾਡੇ ਤੋਂ ਇੱਕ ਸਵਾਲ ਲਊਂਗਾ, ਜਦੋਂ ਤੁਸੀਂ ਵੀਰੇ ਨਾਲ ਵਿਆਹ ਦਾ ਸੋਚਦੇ ਹੋ ਹਨਾ, ਤੁਹਾਡੇ ਮਾਂ-ਬਾਪ ਚਲੋ ਹੌਲੀ-ਹੌਲੀ ਮੰਨ ਜਾਂਦੇ ਆ, ਫਿਰ ਅੰਮ੍ਰਿਤ ਸੰਚਾਰ ਵੀ ਕਰਦੇ ਹੋ ਤੁਸੀਂ, ਕਦੇ ਤੁਹਾਨੂੰ ਕਿਸੇ ਨੇ ਤੁਹਾਡੇ ਫਰੈਂਡ ਸਰਕਲ ਵਿੱਚ ਰਿਸ਼ਤੇਦਾਰੀ 'ਚ ਕਿਸੇ ਨੇ ਇਹ ਕਿਹਾ ਬਈ ਤੂੰ ਕਿਹੜੇ ਰਸਤੇ ਪੈ ਗਈ, ਗਲਤ ਕਰ ਲਿਆ, ਕਿਉਂ ਧਰਮ ਛੱਡਿਆ ਜਾਂ ਕਿਉਂ ਇਹਨਾਂ ਨੂੰ ਚੁਣਿਆ ਸਿੱਖ ਨੂੰ, ਕੁਛ ਇੱਦਾਂ ਦਾ ਆਇਆ ਤੁਹਾਡੇ ਨਾਲ ਸਾਂਝਾ? ना वो तो दसदे ना, आप तो किसी ने गल ही नहीं करते, वाहिगुरु बोलते बस, एक कान ते सुनो एक कान ते ਪਹਿਲਾਂ ਜਦੋਂ ਤੁਸੀਂ ਇਹ ਹੁੰਦਾ ते दसदे भी कुछ लोग हाँ। अच्छा। ते मेरी इन गौर करदे नहीं वो गल नहीं लेंदी मैं सुनते ते वाहिगुरु बोलदी मैं मेरे माँ प्यो नूं भी आज जदों मेरा मुंडा होया ना, जदों आए सी मेरे माँ प्यो ते फिर बाद च साडा रिश्ता भी तोड़न दी कोशिश कीती मेरे माँ प्यो ने। बेटा होने तो बाद? हाँ बेटा होने तो बाद भी मेरे माँ प्यो ने रिश्ता तोड़न दी में साडी कोशिश की है। अच्छा जी। हाँ ते तोड़ दे रिश्ता ते बच्चे की रखा, तेन तो मुंडा हो गया, मेरे माँ प्यो आके सी। अच्छा जी। ते तो मुंडा हो गया, उन्हें छड़ दे। अच्छा जी। ਕਿੰਨੇ ਇਹ ਤਾਂ ਬਹੁਤ ਸਮੇਂ ਬਾਅਦ ਦੀ ਗੱਲ ਹੋਣੀ ਹੈ, ਫਿਰ ਉਹਨਾਂ ਨੂੰ ਕਿਉਂ ਇੱਕਦਮ ਹੋ ਗਿਆ ਜਦੋਂ ਤੁਸੀਂ ਬੇਟਾ ਹੋ ਗਿਆ? ਹਾਂ ਬੇਟਾ ਹੋ ਗਿਆ ਸੀ ਜਦੋਂ, ਤੇ ਮੈਨੂੰ ਆ ਕੇ ਮੇਰੇ ਮੰਮੀ ਪਾਪਾ ਨੇ ਆਖਿਆ ਸੀ ਕਿ ਤੂੰ ਆ ਜਾ ਜੀ। ਨਹੀਂ ਮੇਰੀ ਨਿੱਕੀ ਜੀ ਭੈਣ ਆਈ ਸੀ ਸਾਡੇ ਘਰੇ। ਅੱਛਾ ਜੀ। ਤੇ ਮੈਂ ਉਹਨੂੰ ਛੱਡਣ ਗਈ ਸੀ। ਠੀਕ ਹੈ। ਛੱਡਣ ਗਏ ਸੀ ਤਾਂ ਫਿਰ ਬੱਚੇ ਮੈਨੂੰ ਆਖਿਆ ਸੀ ਉੱਥੇ, ਫਿਰ ਰਾਤ ਭਰ ਰਹਿ ਗਿਆ ਸੀ ਉੱਥੇ, ਲੋਕਡਾਊਨ ਪਾਈ ਗਿਆ ਸੀ ਫਿਰ। ਅੱਛਾ ਜੀ। ਬੱਚੇ ਮੈਨੂੰ ਫਿਰ ਉਹਨੂੰ ਮੈਂ ਨਹੀਂ ਆ ਸਕੀ ਇੱਥੇ ਲੋਕਡਾਊਨ ਤੇ ਘਰੇ, ਫਿਰ ਵਾਪਸ ਨਹੀਂ ਹਜ਼ੂਰ ਸਾਹਿਬ ਆ ਸਕੀ। 2-3 में ਕਿੰਨਾ ਸਮਾਂ मतलब 1 महीना। 1 ਮਹੀਨਾ ਤੁਸੀਂ ਆਪਣੇ ਘਰੇ ਰਹੇ ਹੋ ਫਿਰ? 1 महीना लगभग 1 ही महीना। ਫਿਰ ਹਜੂਰ ਸਿੰਘ ਉਦੋਂ ਕਿੱਥੇ ਸੀਗਾ ਬੇਟਾ? ਉੱਥੇ ਹੀ ਸੀ। ਅੱਛਾ ਤੁਹਾਡੇ ਕੋਲ ਸੀਗਾ? ਹਾਂ ਨਿੱਕਾ ਜਿਹਾ ਸੀ ਉਹ, ਮਤਲਬ ਗੋਦੀ ਜਿਹੀ ਸੀ। ਤੇ ਜਦੋਂ ਫਿਰ ਬੱਚੇ ਮੈਨੂੰ ਬੜਾ ਉਹਨੂੰ ਮੇਰੇ ਮਾਪਿਆਂ ਨੇ ਬੜਾ ਤੰਗ ਕੀਤਾ, ਮੈਨੂੰ ਇੰਨਾ ਤੰਗ ਕੀਤਾ ਬੜਾ। ਤੇ ਮੇਰਾ ਬੱਚਾ ਵੀ ਬਿਮਾਰ ਪੜ ਗਿਆ, ਮੈਨੂੰ ਪੈਸੇ ਵੀ ਨਹੀਂ ਦਿੱਤੇ, ਬੜਾ ਮੈਂ ਰੋਈ ਸੀ ਉੱਤੇ। ਤੋਂ ਮੈਂ ਆਖਣ ਲੱਗੀ ਮਾਂ ਪਿਓ ਰਹਿੰਦੇ ਤੇ ਇਦਾਂ ਹੀ ਨਹੀਂ ਕਰਨਾ ਚਾਹੀਦਾ ਨਾ ਮਾਂ ਪਿਓ ਨੂੰ, ਕਿ ਮੈਂ ਇਹਨਾਂ ਨਾਲ ਵਿਆਹ ਕੀਤਾ ਤੇ ਬਾਅਦ ਇਸ ਤਰ੍ਹਾਂ ਦਾ ਕਰਨਾ ਚਾਹੀਦਾ। ਜਦੋਂ ਬੇਟਾ ਹੋ ਗਿਆ, ਵਿਆਹ ਹੋ ਗਿਆ ਹਨਾ। ਹਾਂ ਤਾਂ ਬਾਅਦ ਚ ਮੈਨੂੰ ਆਖਿਆ ਸੀ ਕਿ ਤੂੰ ਉਹਨੂੰ ਛੱਡ ਦੇ, ਉਹਨਾਂ ਦੇ ਨਾਲ ਨਾ ਰਹੇ ਤੁਸੀਂ। ਅੱਛਾ ਜੀ। ਤੇ ਬੱਚਾ ਲੈ ਕੇ ਇੱਦਾਂ ਹੀ ਰਹਿ ਜਾ, ਤੁਸੀਂ ਸਾਡੇ ਕੋਲ ਹੀ ਰਹਿ ਜਾ। ਠੀਕ ਹੈ। ਇਹ ਆਖਿਆ ਸੀ।
फिर बच्चे फिर मैं की ਕੀਤਾ ਇਹਨਾਂ ਨੂੰ ਫੋਨ ਲਾਇਆ। ਅੱਛਾ ਜੀ। मैं बड़ी मैं मर जाना फोन में ਤੁਸੀਂ ਕੁਝ ਵੀ ਕਰੋ ਤੁਸੀਂ ਆ ਜਾਓ ਮੈਨੂੰ ਲੈ ਜਾਓ। ਹਾਂ ਆ ਜਾਓ ਮੈਨੂੰ ਲੈ ਜਾਓ ਜੀ। ਫਿਰ ਇਹਨੂੰ ਫਿਰ ਉਹ ਉੱਪਰ ਉਹ ਤੋਂ ਕੋਡ ਉਹ ਕਾਗਜ਼ ਕੁਗਜ਼ ਲਾਏ ਸੀ ਤੇ ਬਾਅਦ ਗੱਡੀ ਲੈ ਕੇ ਆਏ ਸੀ ਫਿਰ ਲੋਕਡਾਊਨ ਤੇ ਲੈਣ ਵਾਸਤੇ ਆਏ ਸੀ। ਠੀਕ ਹੈ। ਜਦੋਂ ਤੋਂ ਅੱਜ 3 ਸਾਲ ਹੋ ਗਿਆ ਮੈਂ ਮੇਰੇ ਮਾਪਿਆਂ ਨੂੰ ਵੀ ਗੱਲ ਨਹੀਂ ਕਰਦੀ। ਮੈਂ ਫਿਰ ਜਦੋਂ ਮਹਾਰਾਜ ਦੇ ਕੋਲ ਗਈ ਸੀ ਜੀ ਮਾਤਾ ਸਾਹਿਬ ਦੇਵਾ ਜੀ ਦੇ ਕੋਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਨੂੰ ਆਖਿਆ ਸੀ ਮਾਤਾ ਤੂੰ ਹੀ ਸਾਡੀ ਮਾਤਾ ਹੈ ਤੂੰ ਹੀ ਸਾਡੇ ਸਭ ਕੁਝ ਹੈ। ਆ ਕੌਣ ਹੈ? ਆ ਤਾਂ ਕੋਈ ਵੀ ਨਹੀਂ ਮੇਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਹੈ ਤੇ ਉਹੀ ਸਾਡੇ ਪਿਤਾ ਹੈ। ਮੈਂ ਮੇਰੇ ਮਾਪਿਆਂ ਨੂੰ ਕਿਸੇ ਨੇ ਨਹੀਂ ਗਲਤੀ ਜੇ ਵੀ ਦੁੱਖ ਆਉਂਦਾ ਮੈਨੂੰ ਜੇ ਵੀ ਤਕਲੀਫ ਆਉਂਦਾ ਤੇ ਸਾਡੇ ਮਾਪਿਓ ਕੋਲ ਜਾਂਦੀ ਮੈਂ ਮਾਤਾ ਸਾਹਿਬ ਦੇਵਾ ਜੀ ਤੇ ਮਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਉੱਤੇ ਸਾਰੀ ਦੁੱਖ ਤਕਲੀਫ ਸਾਰੀ ਦੂਰ ਹੋ ਜਾਂਦੀ ਸਾਡੀ ਜੀ। ਆ ਵੀ ਬੱਚਾ ਬਿਮਾਰ ਪਿਆ ਸੀ ਨਾ। ਅੱਛਾ ਜੀ। ਤੇ ਕਦੋਂ ਪਹਿਲੇ ਮਤਲਬ ਇਹ ਤਾਂ ਬਿਮਾਰ ਪੈਂਦਾ ਹੀ ਨਹੀਂ ਸੀ ਜੀ ਤੇ ਮਾਤਾ ਨੂੰ ਮੈਂ ਆਈ ਹੈ ਕਿਸੇ ਮਾਤਾ ਜੀ ਮੇਰੀ ਆ ਵੀ ਹੋਇਆ ਸੀ ਨਾ ਸਾਡੇ ਪਿੱਛੇ ਕੋਈ ਵੀ ਨਹੀਂ ਸੀ ਦਵਾਖਾਨੇ ਸੀ ਅਸੀਂ ਬੜਾ ਦੁੱਖ ਕਾਟਿਆ ਤੇ ਅਸੀਂ ਇਕੱਲੇ ਹੀ ਪਏ ਸੀ ਉੱਤੇ ਤੇ ਮਤਲਬ ਡਿਲੀਵਰੀ ਕਰਨ ਦੇ ਲਈ ਇੱਕ ਲੇਡੀਜ਼ ਦੀ ਸਾਥ ਚਾਹੀਦੀ ਨਾ। ਬਿਲਕੁਲ ਚਾਹੀਦੀ ਹੈ ਜੀ। ਸਾਡੇ ਇੱਥੇ ਕੋਈ ਵੀ ਨਹੀਂ ਸੀ ਸਾਡੇ ਕੋਲ। ਅੱਛਾ ਜੀ। ਤੇ ਸਾਡੇ ਘਰ ਵਾਲੇ ਬੜਾ ਦੁੱਖ ਕਾਟਿਆ ਇੰਨਾ ਦੁੱਖ ਕਾਟਿਆ ਸੀ ਨਾ ਬੜਾ। ਅੱਛਾ ਜੀ। ਤੇ ਦਵਾਖਾਨੇ ਤੇ ਏਦਾਂ ਹੀ ਪੈ ਕੇ ਰਹਿੰਦੇ ਭੁੱਖੇ ਪਿਆਸੇ ਬੜਾ ਦੁੱਖ ਕਾਟਿਆ ਉੱਥੇ ਬੱਚਾ ਹੋਇਆ ਜਦੋਂ ਜੀ ਤਾਂ ਉਹ ਸੋਚਿਆ ਨਾ ਤਾਂ ਅੱਖਾਂ ਤੇ ਅਸਰੂ ਆ ਜਾਂਦੇ। ਜੀ ਜੀ ਬਿਲਕੁਲ ਸਮਾਂ ਸੀਗਾ ਹਨਾ ਲੰਘ ਗਿਆ ਉਹ ਸਮਾਂ ਸੀ ਤਾਂ ਲੰਘਿਆ। ਮਾਪਿਓ ਵੀ ਮੇਰੇ ਮਤਲਬ ਇੰਨਾ ਚਿਰ ਨਹੀਂ ਰਹਿਣਾ ਚਾਹੀਦਾ ਨਾ ਮਾਪਿਓ ਮੇਰੇ। ਜੀ ਬਿਲਕੁਲ ਬਿਲਕੁਲ। ਤੇ ਮੈਨੂੰ ਇੰਨੀ ਤਕਲੀਫ ਹੁੰਦੀ ਸੀ ਤਾਂ ਆ ਕੇ ਹੌਸਲੇ ਦਿੰਦੇ ਸੀ ਕੋਈ ਨਹੀਂ ਹੋ ਜਾਣਾ ਅੱਜ ਨਾ ਕੱਲ। ਜੀ ਜੀ ਬਹੁਤ ਔਖਾ ਸਮਾਂ ਵੀਰ ਜੀ ਆਇਆ ਹਨਾ ਪਰ ਅੱਜ ਪੂਰੀ ਚੜ੍ਹਦੀ ਕਲਾਂ ਚੋਂ ਹਨਾ ਪਰ ਇੱਕ ਸੁਨੇਹਾ ਬਹੁਤ ਵੱਡਾ ਇਹ ਅਸੀਂ ਸਟੋਰੀ ਰਾਹੀਂ ਦੇਣਾ ਚਾਹੁੰਦੇ ਆ ਜੀ। ਮਾਤਾ ਨੂੰ ਆਖਿਆ ਸੀ ਮੈਂ ਮਾਤਾ ਜੀ ਸਾਡੇ ਤੋਂ ਮਾਤਾ ਤੂੰ ਹੀ ਆ ਤੇ ਤੂੰ ਹੀ ਬੱਚੇ ਨੂੰ ਸਾਂਭੋ ਮੈਂ ਤੋਂ ਨਹੀਂ ਮੇਰੇ ਤੋਂ ਨਹੀਂ ਹੁੰਦਾ ਵਾ ਤੂੰ ਹੀ ਤੁਸੀਂ ਤਾਂ ਸਾਂਭੋ। ਅੱਜ ਵੀ ਮਾਤਾ ਜੀ ਇਹਨੂੰ ਸਾਂਭਦੀ ਆ ਮਾਤਾ ਹੀ ਇਹਦੇ ਕੋਲ ਆ ਜੀ ਸਭ ਕੁਝ ਅੱਜ ਮੈਂ ਤੋਂ ਨਹੀਂ ਆਉਂਦੀ ਇਹਦੇ ਸਾਥ ਇਹਦੇ ਨਾਲ ਤਾਂ ਮੈਂ ਨਹੀਂ ਕਰਦੀ ਮਾਤਾ ਹੀ ਇਹਨਾਂ ਦੀ ਪਰਵਰਿਸ਼ ਕਰਦੀ ਆ। ਮੇਰੇ ਸੇ ਤਾਂ ਮੈਂ ਤਾਂ ਮਤਲਬ ਮੈਨੂੰ ਨਾ ਖਾਣਾ ਵੀ ਬਣਾਉਣਾ ਨਹੀਂ ਆਉਂਦਾ ਸੀ ਪਹਿਲੇ। ਅੱਛਾ ਜੀ। ਤੇ ਇਹਨੇ ਸਭ ਕੁਝ ਸਿਖਾਇਆ ਸੀ ਮੈਨੂੰ। ਹਾਂ ਤੇ ਫਿਰ ਬਾਅਦ 'ਚ ਮਤਲਬ ਬੜਾ ਕੁਝ ਹੋਇਆ ਸੀ। ਜੀ ਜੀ ਬਿਲਕੁਲ ਜੀ ਬਿਲਕੁਲ। ਬਹੁਤ ਦੁੱਖ ਕੱਟਿਆ ਹਰ ਇੱਕ ਇਨਸਾਨ ਨੇ ਹਨਾ ਤੇ ਹਮਸਫਰ ਜਦੋਂ ਚੰਗਾ ਮਿਲ ਜਾਵੇ ਫਿਰ ਸਭ ਕੁਝ ਦੂਰ ਹੋ ਜਾਂਦਾ। ਬਹੁਤ ਸੋਹਣੀ ਸਟੋਰੀ ਤੁਹਾਡੇ ਲਈ ਲੈ ਕੇ ਆਇਆ ਜਿਵੇਂ ਇਹਨਾਂ ਨੇ ਕਿਹਾ ਹਨਾ ਭੈਣ ਜੀ ਨੇ ਵੀ ਮਾਤਾ ਸਾਹਿਬ ਕੋ ਸਾਡੀ ਮਾਂ ਤੇ ਪਿਤਾ ਗੁਰੂ ਗੋਬਿੰਦ ਸਿੰਘ ਹਨਾ ਸਾਡਾ ਪਿਤਾ ਹੈ ਤਾਂ ਜਿਹੜੇ ਦੁੱਖ ਦਰਦ ਆਉਂਦੇ ਨੇ ਤਾਂ ਉਹ ਦੂਰ ਹੋ ਜਾਂਦੇ ਨੇ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ? ਬਹੁਤ ਭਾਵਕ ਤੁਹਾਡੀ ਸਟੋਰੀ। ਉਹਨਾਂ ਨੇ ਹੁਣ ਆਖਿਆ ਨਾ ਮਾਤਾ ਪਿਤਾ ਦੇ ਬਾਰੇ ਜਦੋਂ ਵਿਆਹ ਹੋ ਗਿਆ ਸਾਰੇ ਤਾਂ ਰਾਜੀ ਤੇ ਸੀ। ਅੱਛਾ ਜੀ। ਜਦੋਂ ਕਿਤਰਾ ਹੁਣ ਆਖਦੇ ਨਾ ਮਾਂ ਪਿਓ ਜਦੋਂ ਕਿਤੇ ਹੀ ਪੰਜਾਬ ਦੇ ਚੱਲ ਹਰ ਪਾਸੇ ਜਦੋਂ ਡਿਲੀਵਰੀ ਹੁੰਦੀ ਨਾ ਮੈਂ ਤਾਂ ਉਹਨਾਂ ਨੂੰ ਕੁਝ ਨਹੀਂ ਆਖਿਆ ਕੋਈ ਸਾਡੇ ਇੱਥੇ ਕਈ ਹੈ ਨਾ ਮਾਇਆ ਲੈ ਕੇ ਵਿਆਹ ਕਰਦੇ ਮਰ ਪ੍ਰਮਾਤਮਾ ਕਰਕੇ ਆਪਾਂ ਕੁਝ ਨਹੀਂ ਬਸ ਇਹਦਾ ਸਾਥ ਲਿੱਤਾ ਸੀ। ਮਾਂ ਪਿਓ ਨੇ ਆਖਿਆ ਸੀ ਬੋਲਾ ਮੇਰੇ ਮਾਂ ਪਿਓ ਜੀ ਸੀ ਮੈਂ ਬਹੁਤ ਪਹਿਲੇ ਇਕੱਲਾ ਹੀ ਰਹਿੰਦਾ ਸੀ ਜ਼ਿਆਦਾ ਮੇਰੇ 4 ਭੈਣਾਂ ਸੀ ਮੰਮੀ ਉਹਨਾਂ ਦੇ ਕੋਲ ਹੀ ਰਹਿੰਦੀ ਸੀ। ਉਹਨਾਂ ਦਾ ਥੋੜਾ ਵੱਡੀ ਤਗੜੀ ਕੋਠੀ ਹੈ ਕਿਰਾਏ ਨਾਲ 7-7 ਹਜ਼ਾਰ ਮੈਂ 2-2 ਹਜ਼ਾਰ ਤੇ ਰਹਿੰਦਾ ਸੀ ਇਕੱਲਾ ਹੀ। ਪੜ੍ਹਾਈ ਕਰਨਾ ਹੈ ਕਰਨਾ ਉਹਨਾਂ ਕਈ ਵਾਰ ਸਮਝਾਇਆ ਉਹ ਪਿਓਰ ਦੁੱਧ ਲੈਣਾ ਮੱਝਾਂ ਦਾ ਦੁਕਾਨ ਦਾ ਨਹੀਂ ਪੀਂਦੇ ਸੀ। ਫਿਰ ਉਹਨਾਂ ਨੇ ਕੀ ਕਰਨਾ ਵਧੀਆ ਆਟੇ ਦੀ ਰੋਟੀ ਖਾਣਾ ਜੋ 150-200 ਦਾ ਪੈਕੇਟ ਮਿਲਦਾ ਮੈਂ ਕੋਪਨ ਲੈ ਕੇ ਆਉਂਦਾ ਸੀ ਜੋ 70 ਰੁਪਏ 5 ਕਿਲੋ ਮਿਲਦਾ ਉਹਦੇ ਨਾਲ ਛਕਦੇ ਸੀ। ਫਿਰ ਉਹ ਨਹੀਂ ਰਹੇ ਸਾਡੇ ਨਾਲ ਕਈ ਵਾਰ ਬਹੁਤ ਸਮਝਾਇਆ ਮੈਂ ਮੰਮੀ ਜੀ ਰਹੋ ਨਾਲ ਇੱਦਾਂ ਨਾ ਕਰੋ ਮੈਂ ਸਮਝਾਓ ਨਹੀਂ ਬੋਲੇ ਅਸੀਂ ਇੱਦਾਂ ਹੀ ਛਕਣਾ ਬੋਲੇ ਇੱਦਾਂ ਹੀ ਰਹਿਣਾ ਬੋਲੇ ਤੂੰ ਕੀ ਕਮਾ ਰਿਹਾ ਇਹ ਕਰਨਾ ਮਤਲਬ ਮੈਂ ਪੜ੍ਹਾਈ ਵੀ ਕਰਨਾ ਪੈਣਾ ਵੀ ਹੈ। ਫਿਰ ਪੈਣਾ ਵੀ ਮਹਾਰਾਜ ਕਿਰਪਾ ਨਾਲ ਕਹਿੰਦਾ ਗੁਰਸਿੱਖੀ ਪਰਿਵਾਰ ਮਿਲੇ ਉੱਤੇ ਪੰਜਾਬੀ ਉਹਨਾਂ ਨਾਲ ਵਿਆਹ ਕਰਾ ਦਿੱਤਾ ਮੈਂ 4 ਭੈਣਾਂ ਦਾ ਵਿਆਹ ਹੋਇਆ। ਫਿਰ ਮੇਰਾ ਵਿਆਹ ਹੋਇਆ ਤੋਂ ਬਾਅਦ ਫਿਰ ਕੋਈ ਆਇਆ ਨਹੀਂ ਮੇਰੇ ਕੋਲ ਬੋਲੇ ਤੂੰ ਬੋਲੇ ਉਹ ਤਗੜਾ ਕਰ ਇਹ ਕਰ ਉਹ ਕਰ। ਮੈਂ ਮਾਤਾ ਜੀ ਬੋਲਾ ਮੇਰਾ ਜਿੰਨਾ ਹੈ ਉਹਨਾਂ ਕੱਲ ਨੂੰ ਬੋਲਾ ਦੁੱਖ ਤਕਲੀਫ ਵੀ ਆਣਾ ਉਹਦੇ ਮਾਤਾ ਪਿਤਾ ਹੈ ਉਹਨਾਂ ਨਹੀਂ ਲਾ ਸਕਦੇ ਬੋਲਾ ਮੈਂ ਕੱਲ ਨੂੰ ਕਿਹਦੇ ਕੋਲ ਮੈਂ ਤਾਂ ਮਾਇਆ ਰੱਖੀ ਸੀ 20-25 ਹਜ਼ਾਰ ਤਾਂ ਬੁਰਾ ਟਾਈਮ ਵੀ ਕਦੋਂ ਵੀ ਆ ਜਾਂਦਾ ਹੈ ਕਰਕੇ। ਫਿਰ ਜਦੋਂ ਡਿਲੀਵਰੀ ਹੋਈ ਤਾਂ ਉਹਨਾਂ ਨੇ ਮਾਂ ਪਿਓ ਨੂੰ ਆਖਿਆ ਇਹਨਾਂ ਦੀ ਮੰਮੀ ਆਈ ਸੀ ਪਪਾ ਵੀ ਆਇਆ ਸੀ ਬੋਲੇ ਜਦੋਂ 10 ਦਿਨ ਰਹਿ ਗਏ ਸੀ ਡਿਲੀਵਰੀ ਨੂੰ। ਫਿਰ ਉਹਨਾਂ ਨੂੰ ਲੱਗਿਆ ਮਾਇਆ ਲੱਗ ਜਾਂਦੀ ਖੇਤ ਗਿਰਵੀ ਰੱਖਣਾ ਪੈਂਦਾ ਇਹਦੇ ਕਰਕੇ ਉਹਨਾਂ ਇਹਨੂੰ ਦੁੱਖ ਤੇ ਛੱਡ ਕੇ ਚਲ ਗਏ। ਇਹਦੀ ਭੈਣ ਵੀ ਨਾਲ ਸੀ ਦੂਜੀ ਭੈਣ ਵੀ ਸੀ ਨਾਲ ਤਾਂ ਭੈਣ ਰਹਿਣ ਨੂੰ ਤਿਆਰ ਸੀ
पैण की किता है इन्होंने हाँ माँ ने जबरदस्ती लेगी पैण वो माँ आखण भी लगी बोले मम्मी देख पैण दी की हाल हो रही नहीं नहीं चल चल उठ के देखण लगी बिस्तर तो चुक के इतनी भी नहीं जा सकती थी इन्नी मेरी हालत माड़ी सी बच्चे पहले मतलब मेरे अंदर खाली 5% खून रह गया सी हाँ तो अब हाँ 5% आ गए तो डिलीवरी में 11% चाहिए दस ना तो मैंने 5% खून रह गया तो मेरी हालत मैंने खाने पीने का भी कुछ होश नहीं सी पहले तो दवाखाने ते या जद होने लग गया सी फिर बच्चे डॉक्टर ने लिख के दिता सी कि मैनू तो कुछ भी नहीं पता सी ये आखदे सी फिर डॉक्टर ने लिख के दे दिता सी तू भी तू भी हो जाना ते ये भी हो जाना सच कर चले जाना आखदे अच्छा जी डॉक्टर ने कहता सी डॉक्टर ने कहदा आखदे सी ना महाराज कृपा नाल जदों इदां दी चीज होई ना आखदे ना महाराज ने तो कदी विदा वेख्या नहीं और अल्लाह नूर उपाय कुदरत के सब बंदे एक नूर ते सब जगह उपजा कौन पले सो मंदे मैं किन्नू गल आखी नहीं तानू आख रहा मैं जिंदगी दा पहलू जिस तरह आखदे ना मुसलमान है ना हिंदू सिख ईसाई सारे एक ही है उस टाइम ना इदा दा मैं कई फोना लाया फ्रेंड आनू दोस्तां नू कोई साथ नहीं आया जदों मेरा एक दोस्ती सी मेरे में अखाड़े ते वर्जिश मारन जांदा सी अच्छा जी कुश्ती लड़न ते मेरे नाल दा सी ओदा ना अब्दुल सी दा ना ओदा ठीक है जी तो फिर उन्हें की कीता मेरे नाल जी मैं आख्या इदा दी गल है बोले मैनू खून नहीं लभदा बोला बी पॉजिटिव बी निगेटिव सी इन्हां दा बहुत खतरनाक खून सी वो मिलता नहीं सी फिर उदास सी वो सी फिर वो दबो दब आ गया चल बोले मैं तो नाला टेंशन क्यों ले रहा बोला मैं इतना उदास हो गया इतना परेशान हो गया डॉक्टर ने जवाब दे दिता बोले नहीं बच सकते बोले खून लगता उसी टाइम आ गया उन्हें अपना खून दिता उन्हें वेख्या नहीं कि उसके शरीर तो इन्ना ही सी ਉਹਦਾ बड़ा माड़ा सी वो भी अच्छा हाँ फर्नीचर का काम करता हो अच्छा जी आजाद ना सी ਉਹਦਾ अब्दुल इन्ना ही सी उन्हें अपना खून दे दिता परमात्मा करके उसी टाइम खून चढ़िया तो सरा मुसलमान दे वगदे ना कभी भी साथ आंदे परमात्मा करके महाराज दे नाल भी रहंदे सी बाला ते मर्दाना वो साई मियाँ मिर्ज उन्होंने पहले ईट रखी सी तो महाराज कृपा ना उन्हें आ गया आके फिर उन्हें अपना खून दिता वो टाइम फिर बच गई परमात्मा करके जदों ही ना रखिया तो उन्होंने बुलाया अपने करे सबसे पहला फिर कर रखा साडा संसार भी चलन लग गया फिर वधिया लग गया फिर उन्होंने आके डिलीवरी होनी ये टाइम माया लगती करके ना वो साइड ते चल गए फिर इदी कुछ नहीं दो पैना सी तो कर सी माया लगती करके ना उन्होंने दे ना फिर उन्होंने माया लगनी करके माया लगती करके है ना माया लगती ना माया लगनी करके ना उन्होंने की किया फिर आए नहीं डिलीवरी तो दवाखाने तो आगे चल गए जदों दवाखाने से 20-25 दिन थी खून नहीं सी ना खून की कमी सी करके असि बहुत उत्थे ना इन्ना समा कटिया ना परमात्मा ने इदा दा समा किदे कोल मम्मी भी सी आई सी और फर्ज निभाण वास्ते एक दिन वास्ते दुनिया ने दसना करके फिर ना फिर परमात्मा करके महाराज ने सहा फिर उत्ते माया भी नहीं सी साडे कोल अजी सरकार दवाखाने ते रखे सी जी जदों मतलब हाजुर सिंह होया सी जदों साडे कोल खाली 50 रुपए सी सिर्फ 50 रुपए तेल भी नहीं सी ना तो गड्डी ते तेल सी मैनू एंबुलेंस से लेके जा रहे सी ते मतलब ਇਹਨਾਂ ਦੀ ਗੱਡੀ ਤੇ ਪੈਟਰੋਲ ਰਹਿੰਦਾ ਉਹ ਵੀ ਮੁੱਕ ਗਿਆ ਸੀ ਤੇ ਇਹਨੂੰ ਵੇਖਿਆ ਸੀ ਇਸ ਤਰ੍ਹਾਂ ਦਾ ਹੀ ਲੱਗ ਕੁਝ ਵੀ ਨਹੀਂ ਸੀ ਗੱਡੀ ਤੇ ਆਪੋ ਆਪ ਹੀ ਇਹਨੂੰ ਆਖਿਆ ਕਿ ਕੀ ਪਰਮਾਤਮਾ ਦੀ ਲੀਲਾ ਚੱਲ ਰਹੀ ਹੁਣ ਤੇ ਪੈਸੇ ਸੀ ਸਾਡੇ ਕੋਲ ਤੇ ਇਹਨਾਂ ਦੀ ਡਿਊਟੀ ਤੇ ਪੈਸੇ ਆਉਣ ਵਾਲੇ ਸੀ ਤੇ ਕੱਲ ਆਉਣ ਵਾਲੇ ਸੀ 10 ਤਾਰੀਖ ਆ ਸੀ ਤੇ मतलब हजूर सिंह होने वाला वही तारीख आ सी ते मैनू डॉक्टर ने बुलाया सी 10 तारीख नूं दवाखाने ते ठीक है जी ते 10 तारीख ते इन्हां दी पेमेंट भी सी ते बैंक भी पैसे थी वो भी मतलब पैन कार्ड वो कुछ भी नहीं चल रहा सी जी उस टाइम दे वो 2000 दी नोटबंदी आई सी ना उस टाइम ठीक है जी ते फिर बाचे मतलब 50 रुपए सी जी तो 50 रुपए ते फिर आ सवेरे 6:40 ਨੂੰ ਹੋਇਆ तो जिस तरह ਦਾ 50 रुपए तो फिर इन्हां दे कोल 50,000 रुपए आ गए ये होया जदों ते नर्स ने आख्या सी ते वो दूध बच्चे ਨੂੰ ਪਿਲਾਉਂਦੇ ਨਾ ਤੇ ਇਹਨੂੰ ਉਹ ਮਾਰਦੇ ਬੱਚੇ ਨੂੰ ਇਹਨੂੰ ਕੋਈ ਮਾਰਿਆ ਨਹੀਂ ਤੇ ਆਪੇ ਹੀ ਇਹਨੇ दूध ਫੜ ਲਿਆ ਮੂੰਹ ਤੇ तो नर्स डॉक्टर आखन लगे कि की बच्चा जी की बच्चा इन्ना तेज जी वो तो मतलब अचंभा इस तरह ਦਾ ਹੋ ਗਏ ਨਾ ਉਹ ਜਦੋਂ ਹੋਇਆ ਸੀ ਬੜਾ ਤੇਜ਼ ਬੱਚਾ ਹੈ ਅੱਗੇ ਜਦੋਂ ਤੋਂ ਉਹਨਾਂ ਦੀ ਵਾਹਵਾਈ ਹੈ ਤੇ ਮੈਂ ਆਖੀ ਮਾਤਾ ਦੀ ਕਿਰਪਾ ਹੈ
ਸਾਰਾ ਕੁਝ ਮਾਤਾ ਦੀ ਹੈ ਤੇ ਪਿਤਾ ਦੀ ਆ, ਉਹਨਾਂ ਦੀ ਕਿਰਪਾ ਨਾਲ ਹੈ ਸਾਰਾ ਕੁਝ। ਹੁਣ ਇਦਾਂ ਦਾ ਸਮਾਂ ਸੀ, ਨਾਲ ਕੋਈ ਵੀ ਨਹੀਂ ਸੀ ਨਾ, ਉਹ ਮੈਂ ਪੈਟਰੋਲ ਭਰਾਉਣ ਜਾਣਾ ਸੀ, ਉਹਨੇ ਤੱਕ ਫਿਰ ਉਹ ਐਂਬੂਲੈਂਸ ਕਿਤੇ ਦੇ ਜਾਣਾ ਸੀ, ਮਗਰ ਹੀ ਸੀ ਨਾ, ਕਿਉਂਕਿ ਕੋਈ ਨਾਲ ਨਹੀਂ ਸੀ ਸਾਡੇ, ਫਿਰ ਇਹ ਇਕੱਲੇ ਹੀ ਸੀ ਅੰਦਰ। तो एक माता एक दूजी उत्थे मेरे नाल माता जी रहती सी, उन्होंने आख्या मैं, फिर उन्होंने मैं 1000 रुपये दिता, मतलब नाल रहो बोल के, फिर एक रहना पैंदा ना अंदर, उन्होंने दे के फिर वो भी कंटा भरी रहे नाल, चल गए वो भी। फिर माँ लेते उन्होंने कंटे दे 1000 रुपये लेके उत्थे डिलीवरी में नाल ही रहना पाया। गड्डी आगे एंबुलेंस वो पीछे, गड्डी पजा रहा मैं अरदास ही कर रहा महाराज तुसी जाने जाने बोला, हुण गड्डी रुक गई तो उत्थे बहुत तगड़ा पाना हो जाना बोला, बस तुसी रखने वाले बस तुसी बोला हुण गड्डी चलाने वाले बस तुहाडे च भरोसे ना। सोपई साहब दा पाठ चलदी रही, गड्डी चलदी रही, मूल मंत्र दे पाठ चलते रहे, महाराज कृपा नाल इदा है। फिर हो गया जितना डिलीवरी होगी, जब हफ्ता च होया 5 दिन उसके बाद इतने माता उता है, मैं क्या आ गए, मैं क्या किन्नू कुछ ना आ गया, कोई नहीं बोला, हो गया ना सारी चढ़ती गला। मतलब डिलीवरी होके 15-20 दिन के बाद आए सी, वो आए सी तो फिर थोड़ा बहुत आखदे ना है गुस्से नाल कि तुसी आए नहीं, फिर बाद से की काम 15 मतलब उठन दा वेंदा ते तो साडा 15-20 दिन दा रहंदा ना मेहनता, वो तो मैं फिर बाद से मैं ही उठ के खड़ी हो गई, फिर बाद से की काम इना दा। फिर बाद से इन्हों आख्या सी तुसी तो चले जाओ, फिर तुहाडा की काम है जो तुसी इन्ना दुखते नहीं रहे। तो डॉक्टर ने आख्या सी 10 तारीख तुसी तो नहीं आए, फिर तुसी तो नहीं रहे, फिर बाद से की काम तुहाडा इन्ना आके सी तो वो चले गए। हुण मुड़ के ओनों भी नहीं देखे, ऐसे भी नहीं गए। फिर एक दो बार भेजा भी, मैं गया भी, फिर बच्चे फिर इन्हों आखन लगे जितना हो ना, एक 6 महीने 7 महीने का हरजोत होया सी, लॉकडाउन लग गया सी। फिर उसके बाद की इन्हों आखन लगे, बोले हुण लोग आखन दे ना, बोले उन्हें विआह ते कर लिता, उन्हें 4 पैणा सी, माँ प्यो का सपोर्ट नहीं सी मैनू, बोले तुसी भी तो सपोर्ट देना सी, उन्हें तो कुछ मंगिया नहीं, डिलीवरी टाइम तो तुसी पहुँचना सी, तो पहुँचना नहीं। फिर उन्होंने क्या किया, दुनिया उन्होंने ताने देने लगी, मेरे को तो कुछ भी नहीं सी। कई बार उन्होंने मैं उन्होंने सूट भी किया, साड़ी भी की, कपड़े भी किया मेरे को, कभी कई बार लोड़ भी पै जाती तो माया भी दे देना सी मैं। फिर उन्होंने की लग्या हुण ज़्यादा हो गया, लोग सानू टॉर्चर करन लगे। हुण जो साडा जवाई हैगा, मैं है ना हुण जवाई लगता ना, साडा जवाई बोले हुण कितना लोगों ने आखना इहदा रिश्ता तोड़ दो, और लोगों ने हाँ मेरा रिश्ता तोड़न लगे सी ना, रिश्ता तोड़ दो। और उन्होंने आखना जो जवाई है साडा बुरा हैगा, गलत करदा, मारदा, पैसे मंगदा, ये करदा, उन्होंने सोचने लगे। मैं इन्हों एक ही चाह के देख तेरी माँ प्यो है तेन जन्म देने वाले, अपना तो कुछ नहीं, आपा वाहिगुरू सिमरन करना, परमात्मा दे ही जाना। मर एक अगर मैं तेन चंगा लगदा, मैं तेरे मेरे से भरोसा है, आपा दुख तकलीफ भुलना, आपा दवाखाने किदा समा कटिया, किदा चटनी रोटी खाई, किदा संसार लग गया, तू भी दुखते रही मैं भी रही, तेरी पूरी 12वीं नहीं होंगी, असी 11वीं पास सी, 12वीं तक किसी ना इन्हें भी सी, मैं क्या उठा विआह कर लेता। मैं तो कोई लालच, मेरे लालच एक ही है कि तू नाड़ रहे, नाम सिमरन कर, गुरु घर तेरा माँ प्यो है ना, आना अपना वाहिगुरु बोल, 1 दिन रह के 2 दिन रह के वापस आ जाना। ज़्यादा ये टॉर्चर करने लगे ना तो बोला अपना संसार से फतेह पा लेना, बोला मैं ज़्यादा लोड नहीं, बोला तेन जदों मन लग गया जाकर आया कर, इन कई बार छड़ के भी जाता, मैं भी दूर आया प्रणाम करता। मैं क्यों नहीं जानता, क्योंकि इन्होंने बुराई की अपने, तो चलो अब मैनू भी 4 पैणा है, वो भी इन्हों के माँ प्यो है, मैं गलत बोल देना, इन्हें दुख हो जाना, इन्हें ठेस लग जाना, मेरे माँ प्यो का सत्कार नहीं करता करके मैं कभी माड़ा नहीं बोलिया, कभी बुरा नहीं बोलिया इनू। मैं कहा चल जो तेरी मर्जी है, जब जाकर आकर इन्हें हुण खुद ही दूर होगी। बोले हुण मेरे जब मेरी साली का विआह होया वो टाइम भी सानू सद्या नहीं, इन्हें भी नहीं बुलाया, मेरे नाल साली सी। फिर हर जो थोड़ा बाद आके सी कि जाके आ जा कोई नहीं। अच्छा इन्होंने क्या सी? हाँ तो फिर वो पैन आ गई मेरी निक्की जी सी, तो बच्चे 1-2-3 महीने बाद आई सी पैन, फिर बच्चे आके सी नहीं पैन में रहना, तो फिर आ जान दो आके अपना कि अपन तो माफ़ उन्हों माफ़ अपन की मतलब अपन के उन्हें जो माफ़ करन दिली वही परमात्मा आएगा ना माफ़ करने वाला। तो फिर यही है कि ऐसी फिर जान तो पैन रख लेता, फिर 8-15 दिन रहे पैन, फिर उन्होंने फिर मम्मी का फोन आया तू छड़ के जा। साडा इन्ना बुरा समाज से ना, मेरी गड्डी गुड्डी भी सी गिरवी रख लेती थी, पैण आई सी, कपड़े लत्ते सारा कर लेते, दई गिरवी बोले 10,000 थे, 50,000 पैशन प्रो गड्डी सी मेरी, 10,000 थे मैं रख देती, मैं कागज पत्तर, मैं क्या 2 महीने तो दे दूँ ना।
मैनू फिर आए कपड़े लत्ते सारा किया, उन्होंने हर पासे खाया खवाया पाया, गार्डन उटन फिराया। इदा लगना नहीं कि मेरा जीजा उन्हें किता नहीं करके। मैं कहा इनू वधिया करे परमात्मा करके, वधिया गप्पा पानी ये वधिया रूम भी लिता उन्होंने लिए जो 2000 का सी 4000 का लेना। क्या मैं उन्होंने लगना नहीं कि ना गरीब कटते, मतलब टेंशन ना ले बोला रहे तो उन्होंने कोई इदा की चीज़ कोई तकलीफ नहीं हुई, कुछ नहीं। गुरुद्वारा लेके जाना इन्ना लॉकडाउन ते भी आए सी, लॉकडाउन ते आके उन्होंने गुरु घर ते ले जाना, इत्थे ले जाना, असी इधर उधर लेके आसे। सानू जदों ते विआह होया सानू कदी लोड़ नहीं पई माया लेण दी, मरो आए से ना इदा ही चलो भाई सत्कार करना पैंदा। हुण कोई भी इदी पैणा है ये है वो है करके सत्कार किया, वधिया महाराज ने कृपा की, सारा संसार चलिया। जदों इन्ना उन्होंने किया ना जान लाई, जदों विआह हो रहा सानू नहीं पूछा, उन्हें इदी भैन ने आख्या बोले तू कल्ली आ जा, बोले तेनू गड्डी भेज देना। इन्हें बोलिया बोले तू कल्ली बुला रही, मैं क्यों आऊँ तेरे सामने। फिर ये गए नहीं विआह, तो मेरा जा क्या बोला तू, मैं मैनू सद्या नहीं, बोला मैं कितना जाओ बोला। जो इन्होंने विआह अपना सगाई कर ली थी सारा कर लेता, फिर सानू सद्या नहीं। मैं क्या बाचा इनू बुला रहे, मैं कहा जो तेरी भैन है आप इन्ना उन्होंने भैन तो ज़्यादा अपनी जान तो बच्चे के नाल उन्होंने ज़्यादा प्यार करते सी। असी इन्ना असी खुद नहीं खाना, बच्चों को एक प्रसाद दे देना, असी दोवें भुखे रहना, उन्होंने प्रसादा पानी छकाओदे सी। इन्ना करके सानू बुलाया ने, सारा दिल बड़ा टुटिया। फिर वो आउंदे इनू गल करदे फोन लाउंदे, मैं कहा तेरा संसार ना तोड़ी, गल कराया कर मिलिया कर, बस मिलदे जी। हाँ जी बहुत वधिया जी, बहुत खास ਤੁਹਾਡੀ। ਹਾਂਜੀ ਭੈਣ ਅਸੀਂ ਵੀ ਮਤਲਬ ਅਸੀਂ ਤਾਂ ਜਿੰਨਾ ਗਰੀਬੀ ਨਾਲ ਰਹਿੰਦੇ ਨਾ, ਅਸੀਂ ਯਹੀ ਨਹੀਂ ਹੈ ਆਖਦੀ ਕਿ ਮੈਨੂੰ ਆਈ ਚਾਹੀਦਾ ਆਈ ਦੋ ਇਹਦੇ ਚ ਜੋ ਦੂਜੇ ਆਖਦੇ ਨਾ, ਮਤਲਬ ਦੂਜੇ ਮਤਲਬ ਦੂਜੀ ਬੀਬੀ ਆਖਦੀ ਨਾ ਕਿ ਮੈਨੂੰ ਆਈ ਦੋ ਆਈ। ਅਸੀਂ ਤਾਂ ਚਟਨੀ ਰੋਟੀ ਨਾਲ ਵੀ ਖੁਸ਼ ਹਾਂ ਪਰਮਾਤਮਾ ਦੀ, ਚਟਨੀ ਰੋਟੀ ਵੀ ਖਾਏ ਨਾ ਉਹਦੇ ਨਾਲ ਖੁਸ਼ ਹਾਂ ਕਿ ਮੈਨੂੰ ਇੰਨਾ ਹੀ ਲਾ ਕੇ ਦਿਓ, ਇੰਨਾ ਹੀ ਚ ਆਵੇਂ ਇਹ ਵੀ ਨਹੀਂ ਆਖਦੀ। ਤੇ ਉਹ ਕੀ ਲੈ ਕੇ ਜਾਣਾ ਆਪਦੇ, ਤੇ ਚਟਨੀ ਛੋਟੀ ਛੋਟੀ ਖਾਓ, ਤੇ ਮਤਲਬ ਚਟਨੀ ਰੋਟੀ ਖਾਓ, ਖੁਸ਼ ਰਹੋ, ਪਰਮਾਤਮਾ ਦਾ ਨਾਮ ਜਪੋ। ਬਹੁਤ ਮੈਂ ਕੀ ਬੋਲਾਂ ਜੀ, ਬਹੁਤ ਕੁਛ ਇਹਨਾਂ ਨੇ ਗੁਰਸਿੱਖ ਪਰਿਵਾਰ ਨੇ ਇਸ ਜੋੜੀ ਨੇ ਬੋਲ ਦਿੱਤਾ ਹੈ ਨਾ। ਮੈਂ ਤਾਂ ਇਹੀ ਅੰਤ ਵਿੱਚ ਕਹਿ ਸਕਦਾ ਵੀ ਜਦੋਂ ਨਾ ਇੱਕ ਕੋਈ ਹਮਸਫਰ ਆਪਾਂ ਚੁਣ ਲੈਂਦੇ ਦੇਖ ਲੈਂਦੇ ਹਾਂ ਤਾਂ ਮਾਂ ਬਾਪ ਨੂੰ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਉਹਦੀ ਜ਼ਿੰਦਗੀ ਇੱਕ ਹਮਸਫਰ ਆ ਹੈ ਨਾ। ਬਹੁਤ ਕਠਿਨਾਈਆਂ ਇਹਨਾਂ ਨੇ ਉਸ ਸਮੇਂ ਦੀ ਕੱਟੀਆਂ, ਪਰ ਅੱਜ ਵੀ ਕਹਿੰਦੇ ਆ ਵੀ ਸਾਡੇ ਮਾਂ-ਬਾਪ ਨੇ। ਬਹੁਤ ਸੋਹਣਾ। ਤੇ ਤੁਹਾਡੇ ਲਈ ਸਟੋਰੀ ਲੈ ਕੇ ਆਏ, ਸਾਂਝੀ ਜ਼ਰੂਰ ਕਰਿਓ ਹੈ ਨਾ। ਹਜੂਰ ਸਾਹਿਬ ਤੋਂ ਇਹ ਪਰਿਵਾਰ ਆ, ਕਿਵੇਂ ਇੱਕ ਦੂਜੇ ਨੂੰ ਮਿਲਦੇ ਆ, ਤੁਹਾਨੂੰ ਸਾਰਾ ਕੁਝ ਦੱਸਿਆ ਹੀ ਇਹਨਾਂ ਨੇ। ਤੇ ਚੜ੍ਹਦੀ ਕਲਾ 'ਚ ਅੱਜ ਪੂਰਾ ਪਰਿਵਾਰ ਜੀ। ਤੇ ਸਟੋਰੀ ਜ਼ਰੂਰ ਕਰਿਓ। ਤੁਸੀਂ ਜੁੜੇ ਸ਼ਬਦ ਚੈਨਲ ਦੇ ਨਾਲ। ਮੈਂ ਪ੍ਰਵਿੰਦਰ ਵਾਲਾ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।